ਓਕ ਭਗਤ ਕਬੀਰ ਜੀ ਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਸਤ ਤੋਂ ਭਾਵ ਉਹ ਸदैव ਹੈ, ਅਬਿਨਾਸ਼ੀ ਹੈ, ਨਾਸ਼ ਰਹਿਤ ਹੈ। ਤੇ ਐਸੇ ਪ੍ਰਭੂ ਦੇ ਨਾਲ ਜੋ ਸਰਬ ਵਿਆਪਕ ਹੈ, ਦਿਸਦਾ ਜਗਤ ਜਿਸ ਦਾ ਰੂਪ ਹੈ, ਉਹਦੇ ਨਾਲ ਜੋ ਸਾਡਾ ਤਾਲਮੇਲ ਬਣਦਾ ਹੈ, ਸੰਬੰਧ ਬਣਦਾ ਹੈ, ਉਸ ਵਿੱਚ ਲੀਨਤਾ ਕਿਵੇਂ ਹੁੰਦੀ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਕਾ, ਯਾਨੀ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜਿੰਦਾ ਹੈ, ਉਹ ਉਸ ਪ੍ਰਭੂ ਦੇ ਅੰਦਰ ਲੀਨ ਹੋ ਜਾਂਦਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਇਹ ਪਹਿਲਾ ਸ਼ਲੋਕ ਹੈ। ਇਸ ਦੀ ਪਹਿਲੀ ਪੰਕਤੀ ਦੇ ਵਿਸਰਾਮ ਇਸ ਤਰ੍ਹਾਂ ਹੋਣਗੇ। ਕਬੀਰ ਸ਼ਬਦ ਤੇ ਥੋੜਾ ਜਿਹਾ ਰੁਕਾਂਗੇ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਸਿਮਰਨੀ ਦਾ ਮਤਲਬ ਹੈ ਮਾਲਾ, ਰਸਨਾ ਦਾ ਮਤਲਬ ਜੀਭ। ਸੰਸਾਰ ਦੇ ਅੰਦਰ ਆਮ ਜੋ ਲੋਕ ਨੇ ਮਾਲਾ ਫੇਰ ਕੇ ਰੱਬ ਦੀ ਭਗਤੀ ਕਰਦੇ ਨੇ, ਜਾਂ ਕੋਈ ਮੰਤਰ ਜਾਪ ਕਰਦੇ ਨੇ ਕਿਸੇ ਦੇਵੀ ਦੇਵਤੇ ਨੂੰ ਪ੍ਰਸੰਨ ਕਰਨ ਲਈ। ਕੋਈ ਵੀ ਇੱਕ ਨਾਮ ਜਾਂ ਕੋਈ ਵੀ ਇੱਕ ਸ਼ਬਦ ਉਹ ਜਪਦੇ ਨੇ ਜ਼ਬਾਨ ਦੇ ਨਾਲ, ਤੇ ਮਾਲਾ ਦਾ ਇੱਕ ਮਣਕਾ ਅੱਗੇ ਕੱਢ ਦਿੰਦੇ ਨੇ। ਫਿਰ ਦੁਬਾਰਾ ਫਿਰ ਉਹ ਮਾਲਾ ਦਾ ਮਣਕਾ ਅੱਗੇ ਕੱਢ ਦਿੰਦੇ ਨੇ। ਇਸ ਤਰ੍ਹਾਂ ਜਿੰਨੀਆਂ ਮਾਲਾ ਫਿਰਦੀਆਂ ਨੇ, ਜਿੰਨੇ ਉਹਦੇ ਵਿੱਚ ਮਣਕੇ ਹੁੰਦੇ ਨੇ, ਉਹ ਨਾਮ ਦੀ ਜਾਂ ਉਹਨਾਂ ਦਾ ਜਿਹੜਾ ਵੀ ਮੰਤਰ ਹੈ ਉਹਦੀ ਉਹ ਗਿਣਤੀ ਕਰੀ ਜਾਂਦੇ ਨੇ ਕਿ ਅੱਜ ਅਸੀਂ 4 ਮਾਲਾ ਫੇਰ ਲਈਆਂ, ਤੇ ਜੇ 100 ਮਣਕਿਆਂ ਦੀ ਮਾਲਾ ਹੈ ਤਾਂ ਇਹਦਾ ਮਤਲਬ ਅਸੀਂ 400 ਵਾਰੀ ਰੱਬ ਦਾ ਨਾਮ ਲੈ ਲਿਆ, ਜਾਂ ਜਿਹੜਾ ਵੀ ਮੰਤਰ ਪੜ ਰਹੇ ਨੇ ਉਹ ਮੰਤਰ ਪੜ ਲਿਆ। ਗਿਣਤੀ ਹੁੰਦੀ ਹੈ ਮਾਲਾ ਦੇ ਨਾਲ, ਔਰ ਹਰ ਮਾਲਾ ਦੇ ਮਣਕੇ ਦੇ ਨਾਲ ਉਹ ਆਪਣਾ ਇੱਕ ਮੰਤਰ ਜਿਹੜਾ ਵੀ ਹੈ ਕਿਸੇ ਵੀ ਧਰਮ ਮਜ਼ਹਬ ਦਾ ਉਹ ਬੋਲੀ ਜਾਂਦੇ ਨੇ। ਹੁਣ ਕਬੀਰ ਜੀ ਇਸ ਗੱਲ ਦਾ ਖੰਡਨ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਜਿਹੜੀ ਮੇਰੀ ਸਿਮਰਨੀ ਹੈ, ਜੋ ਮੇਰੀ ਮਾਲਾ ਹੈ ਨਾ, ਰਸਨਾ ਉਪਰ ਰਾਮ। ਰਾਮ ਦਾ ਮਤਲਬ ਹੈ ਰਮਿਆ ਹੋਇਆ ਰੱਬ, ਜੋ ਜਗਤ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ। ਰਸਨਾ ਦਾ ਮਤਲਬ ਜ਼ਬਾਨ। ਜ਼ਬਾਨ ਦੇ ਉੱਤੇ ਜੋ ਪ੍ਰਭੂ ਦੇ ਮੈਂ ਗੁਣ ਗਾ ਰਿਹਾ ਨਾ, ਉਹੀ ਮੇਰੀ ਸਿਮਰਨੀ ਹੈ। ਮੈਂ ਕਿਸੇ ਮਾਲਾ ਆਦਿਕ ਨੂੰ ਨਹੀਂ ਫੇਰਦਾ, ਨਾ ਹੀ ਮੈਂ ਮਾਲਾ ਆਦਿਕ ਨੂੰ ਮੰਨਦਾ ਹਾਂ। ਹੁਣ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਦੇਖਦੇ ਹਾਂ ਦੁਨੀਆ ਦੇ ਅੰਦਰ ਕਿੰਨੇ ਸਾਰੇ ਲੋਕ ਨੇ ਜੋ ਮਾਲਾ ਦਾ ਸਹਾਰਾ ਲੈਂਦੇ ਨੇ, ਕਈ ਕਿਸਮ ਦੀਆਂ ਮਾਲਾਵਾਂ ਫੇਰਦੇ ਨੇ ਔਰ ਗਿਣਤੀਆਂ ਮਿਣਤੀਆਂ ਕਰਦੇ ਹਨ। ਗੁਰਮਤ ਦੇ ਅੰਦਰ ਐਸੀ ਕਿਸੇ ਭਗਤੀ ਨੂੰ, ਮਾਲਾ ਫੇਰਨ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ ਗਿਆ ਕਿ ਤੁਸੀਂ ਮਾਲਾ ਲੈ ਕੇ ਬਹਿ ਜਾਓ। ਗੁਰਬਾਣੀ ਤੋਂ ਬਾਹਰ ਦਾ ਇੱਕ ਦੋਹਾ ਹੈ ਬੜਾ ਪਿਆਰਾ। ਉਹ ਕਹਿੰਦੇ ਨੇ, ਮਾਲਾ ਫੇਰਤ ਜੁਗ ਗਏ, ਗਿਆ ਨਾ ਮਨ ਕਾ ਫੇਰ, ਕਰ ਕਾ ਮਨ ਕਾ ਡਾਰ ਦੇ, ਮਨ ਕਾ ਮਨ ਕਾ ਫੇਰ। ਕਿ ਮਾਲਾ ਫੇਰਦਿਆਂ ਫੇਰਦਿਆਂ ਤੇ ਯੁੱਗ ਬੀਤ ਗਏ ਨੇ, ਮੁੱਦਤਾਂ ਬੀਤ ਗਈਆਂ ਨੇ, ਲੇਕਿਨ ਤੇਰੇ ਮਨ ਦੀ ਹੇਰਾ ਫੇਰੀ ਤਾਂ ਗਈ ਨਹੀਂ। ਇਸ ਲਈ ਕਰਕਾ ਮਨਕਾ ਡਾਰ ਦੇ। ਕਰਕਾ ਦਾ ਮਤਲਬ ਹੱਥ ਦਾ, ਮਨਕਾ ਦਾ ਮਤਲਬ ਜਿਹੜੇ ਮਣਕੇ ਨੇ, ਡਾਰ ਦੇ ਦਾ ਮਤਲਬ ਪਰੇ ਸੁੱਟ ਦੇ। ਮਨਕਾ ਮਣਕਾ ਫੇਰ ਆਪਣੇ ਮਨ ਨੂੰ ਘੁਮਾ, ਆਪਣੇ ਮਨ ਨੂੰ, ਆਪਣੀ ਸੋਚ ਨੂੰ ਬਦਲ। ਇਸ ਲਈ ਇਹ ਕਵੀ ਜੀ ਕਹਿ ਰਹੇ ਨੇ ਕਿ ਤੁਸੀਂ ਆਪਣੇ ਮਨ, ਹੱਥ ਦੇ ਮਣਕਿਆਂ ਨੂੰ ਪਰੇ ਸੁੱਟ, ਆਪਣੇ ਮਨ ਨੂੰ ਬਦਲ, ਆਪਣੀ ਸੋਚ ਨੂੰ ਬਦਲ। ਤਾਂ ਅਸੀਂ ਸੋਚ ਨੂੰ ਬਦਲਣਾ ਹੈ। ਇੱਥੇ ਮੈਂ ਇੱਕ ਦੋ ਗੱਲਾਂ ਆਪ ਦੇ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ, ਜਿਸ ਕਰਕੇ ਗੱਲ ਥੋੜੀ ਹੋਰ ਸਪਸ਼ਟ ਹੋ ਜਾਏਗੀ। ਇਹਦੇ ਨਾਲ ਇੱਕ ਜੁੜੀ ਹੋਈ ਸਾਖੀ ਕਹਾਣੀ ਹੈ ਸਾਈਂ ਬੁੱਲੇ ਸ਼ਾਹ ਦੀ, ਜੋ ਆਮ ਪ੍ਰਚਾਰਕ ਵੀਰ ਸੁਣਾਉਂਦੇ ਨੇ ਕਿ ਬੁੱਲੇ ਸ਼ਾਹ ਜੀ ਦੁੱਧ ਲੈਣ ਵਾਸਤੇ ਲਾਈਨ ਵਿੱਚ ਖੜੇ ਨੇ। ਦੋਧੀ ਦੇ ਕੋਲੋਂ ਲੋਕ ਦੁੱਧ ਲੈ ਰਹੇ ਨੇ, ਤੇ ਉਹ ਪੁੱਛ ਰਿਹਾ ਹੈ ਕਿ ਕਿੰਨਾ ਦੁੱਧ ਲੈਣਾ ਹੈ। ਜਿੰਨਾ ਉਹ ਦੱਸਦਾ ਹੈ ਉਹਨੇ ਪੈਸੇ ਲੈ ਕੇ ਤੇ ਉਹ ਦੁੱਧ ਪਾ ਦਿੰਦਾ ਹੈ। ਹੁਣ ਜਦੋਂ ਇੱਕ ਬੰਦੇ ਨੂੰ ਬੁੱਲੇ ਸ਼ਾਹ ਨੇ ਦੇਖਿਆ ਕਿ ਇਹ ਬੰਦਾ ਆਇਆ ਹੈ, ਦੋਧੀ ਨੂੰ ਮਿਲਿਆ ਹੈ, ਦੋਧੀ ਨੇ ਇਸ ਨੂੰ ਗਲਵੱਕੜੀ ਵਿੱਚ ਲਿਆ ਹੈ, ਇਹਦਾ ਡੋਲੂ ਫੜਿਆ ਹੈ ਔਰ ਦੁੱਧ ਦੇ ਨਾਲ ਭਰ ਕੇ ਦੇ ਦਿੱਤਾ ਹੈ, ਨਾ ਤੇ ਇਹ ਪੁੱਛਿਆ ਕਿ ਤੂੰ ਕਿੰਨਾ ਦੁੱਧ ਲੈਣਾ ਹੈ, ਤੇ ਨਾ ਹੀ ਉਹਦੇ ਤੋਂ ਪੈਸੇ ਲੈਣਾ।
ਜਦੋਂ ਸਾਈਂ ਬੁੱਲੇ ਸ਼ਾਹ ਪਹੁੰਚੇ ਤੇ ਦੋਧੀ ਨੇ ਪੁੱਛਿਆ ਨਾ ਕਿੰਨਾ ਦੁੱਧ ਲੈਣਾ ਹੈ, ਤੇ ਬੁੱਲੇ ਸ਼ਾਹ ਨੇ ਇੱਕ ਇਤਰਾਜ਼ ਜਤਾਇਆ ਆਪਣਾ, ਕਹਿਣ ਲੱਗਾ ਮੇਰੀ ਇੱਕ ਸ਼ੰਕਾ ਹੈ ਕਿ ਜਿਹੜਾ ਵੀ ਬੰਦਾ ਦੁੱਧ ਲੈਣ ਵਾਸਤੇ ਆਉਂਦਾ ਹੈ, ਤੂੰ ਪਹਿਲਾਂ ਉਹਦੇ ਤੋਂ ਪੁੱਛਣਾ ਹੈ ਕਿ ਦੁੱਧ ਕਿੰਨਾ ਲੈਣਾ ਹੈ, ਜਿੰਨਾ ਉਹ ਦੱਸਦਾ ਹੈ ਉਹਨਾਂ ਦੁੱਧ ਦੇ ਕੇ ਫਿਰ ਪੈਸੇ ਲੈਣਾ ਹੈ, ਤੇ ਪੈਸੇ ਲੈ ਕੇ ਦੁੱਧ ਦੇ ਰਹੇ ਹੈ। ਲੇਕਿਨ ਇੱਕ ਬੰਦਾ ਆਇਆ 2 ਮਿੰਟ ਪਹਿਲਾਂ, ਉਹਦੇ ਤੋਂ ਨਾ ਤੂੰ ਪੁੱਛਿਆ ਕਿੰਨਾ ਦੁੱਧ ਲੈਣਾ ਹੈ, ਨਾ ਉਹਦੇ ਤੋਂ ਪੈਸੇ ਲੈਣੇ, ਉਹਨੂੰ ਡੋਲੂ ਜਾਂ ਬਰਤਨ ਦਾ ਦੁੱਧ ਦਾ ਭਰ ਕੇ ਦੇ ਦਿੱਤਾ। ਇਹਦਾ ਰੀਜ਼ਨ ਕੀ ਹੈ, ਕਾਰਨ ਕੀ ਹੈ? ਤਾਂ ਇਹ ਕਹਾਣੀ ਲਿਖਣ ਵਾਲਾ ਕਹਿੰਦਾ ਹੈ ਕਿ ਬੁੱਲੇ ਸ਼ਾਹ ਨੂੰ ਉਸ ਦੋਧੀ ਨੇ ਕਿਹਾ ਕਿ ਉਹ ਜਿਹੜਾ ਬੰਦਾ ਸੀ ਉਹ ਮੇਰਾ ਗ੍ਰਾਹਕ ਨਹੀਂ ਸੀ, ਉਹ ਮੇਰਾ ਮਿੱਤਰ ਸੀ, ਸੱਜਣ ਸੀ, ਤੇ ਸੱਜਣਾ ਦੇ ਨਾਲ ਲੇਖਾ ਜੋਖਾ ਨਹੀਂ ਕਰੀਦਾ। ਲੇਖਾ ਜੋਖਾ ਤੇ ਦੁਕਾਨਦਾਰੀ ਹੁੰਦੀ ਹੈ, ਸੱਜਣਾ ਮਿੱਤਰਾਂ ਦੇ ਨਾਲ ਲੇਖਾ ਜੋਖਾ ਨਹੀਂ ਕਰੀਦਾ। ਇਹ ਕਹਾਣੀ ਵਾਲਾ ਲਿਖਦਾ, ਲਿਖਣ ਵਾਲਾ, ਕਿ ਬੁੱਲੇ ਸ਼ਾਹ ਨੇ ਇਸ ਦੋਧੀ ਦੇ ਪੈਰ ਛੂ ਲਏ, ਨਮਸਕਾਰ ਕੀਤੀ ਤੇ ਕਿਹਾ, ਸੱਜਣਾ ਤੂੰ ਮੇਰੇ ਨਾਲੋਂ ਬਹੁਤ ਚੰਗਾ ਹੈ ਜੋ ਆਪਣੇ ਸੱਜਣਾ ਦੇ ਨਾਲ ਲੇਖਾ ਜੋਖਾ ਨਹੀਂ ਕਰਦਾ। ਤੇ ਮੈਂ ਕਿੰਨਾ ਨੀਵੇਂ ਖਿਆਲਾਂ ਦਾ ਹਾਂ ਕਿ ਮੈਂ ਆਪਣੇ ਰੱਬ ਦੇ ਨਾਲ ਵੀ ਲੇਖਾ ਕਰਨਾ, ਆਪਣੇ ਸੱਜਣ ਨਾਲ, ਮਿੱਤਰ ਨਾਲ ਮੈਂ ਲੇਖਾ ਕਰ ਰਿਹਾ ਕਿ ਅੱਜ ਮੈਂ ਇੰਨੀਆਂ ਮਾਲਾ ਫੇਰ ਲਈਆਂ ਨੇ, ਅੱਜ ਇੰਨੀਆਂ ਮਾਲਾ ਫੇਰ ਲਈਆਂ ਨੇ। ਇਹ ਕਹਾਣੀ ਲਿਖਣ ਵਾਲਾ ਲਿਖਦਾ ਹੈ ਕਿ ਬੁੱਲੇ ਸ਼ਾਹ ਨੇ ਆਪਣੀ ਮਾਲਾ ਤੋੜ ਕੇ ਪਰੇ ਸੁੱਟ ਦਿੱਤੀ ਤੇ ਕਹਿਣ ਲੱਗਾ, ਅੱਜ ਤੋਂ ਮੈਂ ਵੀ ਆਪਣੇ ਪਿਆਰੇ ਮਿੱਤਰ ਦੇ ਨਾਲ ਲੇਖਾ ਜੋਖਾ ਨਹੀਂ ਕਰਾਂਗਾ। ਤਾਂ ਇਹ ਜੋ ਗਿਣਤੀਆਂ ਮਿਣਤੀਆਂ ਦੇ ਜੋ ਪਾਠ ਪੂਜਾ ਹੈ, ਇਹਦੇ ਨਾਲ ਰੱਬ ਦੀ ਪ੍ਰਸੰਨਤਾ ਦਾ ਦੂਰ ਦਾ ਵੀ ਸੰਬੰਧ ਨਹੀਂ ਹੈ। ਲੇਖੇ ਕਤਹਿ ਨਾ ਛੂਟੀ ਹੈ, ਖਿਨ ਖਿਨ ਭੂਲਨਹਾਰ। ਅੱਜ ਕੱਲ ਆਮ ਦੇਖਦੇ ਆ ਕਿ ਇਹ ਮਾਲਾ ਜਿਹੜੀ ਇੱਕ ਫੈਸ਼ਨ ਬਣ ਗਈ ਹੈ। ਆਮ ਲੋਕ ਮਾਲਾ ਹੱਥ ਦੇ ਅੰਦਰ ਪਾਏ ਹੋਏ ਤੁਹਾਨੂੰ ਮਿਲ ਜਾਣਗੇ, ਔਰ ਬਹੁਤ ਵਾਰੀ ਗੁਰਦੁਆਰੇ ਸਾਹਿਬਾਨ ਦੇ ਅੰਦਰ ਕਥਾ ਕੀਰਤਨ ਪਾਠ ਹੁੰਦਾ ਵੀ ਹੋਵੇ, ਕਈ ਲੋਕ ਸਭ ਤੋਂ ਅੱਗੇ ਬੈਠ ਕੇ ਮਾਲਾ ਫੇਰ ਰਹੇ ਹੁੰਦੇ ਨੇ, ਔਰ ਇਹ ਕੇਵਲ ਔਰ ਕੇਵਲ ਇੱਕ ਵਿਖਾਵਾ ਹੈ। ਇਸ ਲਈ ਜ਼ਰੂਰਤ ਮਾਲਾ ਫੇਰਨ ਦੀ ਔਰ ਵਿਖਾਵੇ ਦੀ ਨਹੀਂ ਹੈ, ਜ਼ਰੂਰਤ ਤਾਂ ਗੁਣਾਂ ਦੇ ਧਾਰਨੀ ਹੋਣ ਦੀ ਹੈ। ਜੇ ਮਨ ਦੇ ਅੰਦਰ ਸੋਚ ਚੰਗੀ ਨਹੀਂ, ਬੋਲ ਚੰਗੇ ਨਹੀਂ, ਵਿਹਾਰ ਚੰਗਾ ਨਹੀਂ, ਤਾਂ ਮਾਲਾ ਜਿੰਨੀਆਂ ਮਰਜ਼ੀ ਫੇਰੀ ਜਾਓ, ਜਿੰਨੇ ਮਰਜ਼ੀ ਗਿਣਤੀ ਮਿੰਤੀ ਦੇ ਪਾਠ ਪੂਜਾ ਕਰੀ ਜਾਓ, ਇਹਨਾਂ ਦੇ ਨਾਲ ਕਦੇ ਵੀ ਜੀਵਨ ਦੇ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ ਮਿਲਣ ਵਾਲਾ ਨਹੀਂ ਹੈ। ਇਸ ਲਈ ਭਗਤ ਕਬੀਰ ਜੀ ਨੇ ਪਾਵਨ ਬਾਣੀ ਵਿੱਚ ਹੋਰ ਥਾਂ ਤੇ ਵੀ ਬਚਨ ਕੀਤਾ ਹੈ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੈ ਰਾਮ ਨਾ ਚੇਤਹੀ ਇਹ ਜਪਨੀ ਕਿਆ ਹੋਏ। ਉਹ ਕਹਿੰਦੇ ਨੇ ਕਿ ਇਹ ਲੱਕੜ ਦੀ ਮਾਲਾ ਕੀ ਲੋਕਾਂ ਨੂੰ ਵਿਖਾ ਰਿਹਾ, ਤੇਰੇ ਹਿਰਦੇ ਦੇ ਅੰਦਰ, ਤੇਰੀ ਸੋਚ ਦੇ ਅੰਦਰ ਤਾਂ ਰੱਬੀ ਗੁਣ ਨਹੀਂ ਹਨ। ਤੂੰ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਤੇ ਨਹੀਂ ਕਰਦਾ, ਤੇਰੇ ਬੋਲ ਚੰਗੇ ਨਹੀਂ, ਤੇਰਾ ਵਿਹਾਰ ਚੰਗਾ ਨਹੀਂ, ਤੇਰੀ ਸੋਚ ਚੰਗੀ ਨਹੀਂ, ਤੇ ਇਹ ਜਪਨੀ ਕੀ ਹੋਈ, ਇਹ ਮਾਲਾ ਕੀ ਹੋਈ? ਇਹ ਤਾਂ ਤੇਰਾ ਕੇਵਲ ਔਰ ਕੇਵਲ ਇੱਕ ਲੋਕ ਵਿਖਾਵਾ ਹੈ। ਤਾਂ ਜੋ ਆ ਮਾਲਾ ਵਗੈਰਾ ਫੇਰਨੀਆਂ ਨੇ ਜਾਂ ਗਿਣਤੀ ਮਿੰਤੀ ਦੀ ਜੋ ਪਾਠ ਪੂਜਾ ਹੈ, ਇਹ ਗੁਰਮਤ ਦੇ ਅੰਦਰ ਬਿਲਕੁਲ ਵੀ ਪ੍ਰਵਾਨ ਨਹੀਂ ਹੈ। ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਹੋਰ ਥਾਂ ਵੀ ਜ਼ਿਕਰ ਕੀਤਾ ਹੈ, ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਭੈ ਦੀਨ ਦਿਆਲਾ। ਕਿ ਜੋ 2 ਅੱਖਰ ਨੇ ਪ੍ਰਭੂ ਦੇ, ਯਾਨੀ ਰੱਬੀ ਗੁਣ ਜਿਹੜੇ ਨੇ, ਗੁਣ ਗਾਣੇ ਹੀ ਮੇਰੀ ਮਾਲਾ ਹੈ, ਔਰ ਮੈਂ ਇਹਨਾਂ ਗੁਣਾਂ ਨੂੰ ਹੀ ਗਾ ਰਿਹਾ ਹਾਂ। ਗੁਣਾਂ ਦਾ ਮੈਂ ਧਾਰਨੀ ਹਾਂ। ਗੁਣਾਂ ਦੇ ਧਾਰਨੀ ਹੋਣ ਦੇ ਨਾਲ ਦੀਨਾਂ ਤੇ ਦਇਆ ਕਰਨ ਵਾਲੇ ਪ੍ਰਭੂ ਮੇਰੇ ਤੇ ਦਇਆਵਾਨ ਹੋਏ ਨੇ। ਤਾਂ ਕਬੀਰ ਜੀ ਇੱਥੇ ਇਸ ਮਾਲਾ ਦਾ, ਔਰ ਖਾਸ ਕਰਕੇ ਜੋ ਗਿਣਤੀ ਮਿੰਤੀ ਦੇ ਪਾਠ ਪੂਜਾ ਨੇ ਕਿ ਅੱਜ ਇੰਨੇ ਪਾਠ ਕਰ ਲਏ, ਅੱਜ ਇੰਨੀਆਂ ਮਾਲਾ ਫੇਰ ਲਈਆਂ, ਇਸ ਵਿਅਰਥ ਕਰਮ ਕਾਂਡ ਦਾ ਭਗਤ ਕਬੀਰ ਜੀ ਬੜੇ ਪਿਆਰ ਦੇ ਨਾਲ ਖੰਡਨ ਕਰ ਰਹੇ ਨੇ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਕਿ ਜੋ ਮੇਰੀ ਸਿਮਰਨੀ ਹੈ, ਜੋ ਮੇਰੀ ਮਾਲਾ ਹੈ, ਜੋ ਮੇਰੇ ਹਿਰਦੇ ਵਿੱਚ, ਮੇਰੀ ਰਸਨਾ ਦੇ ਉੱਤੇ ਪ੍ਰਭੂ ਦੇ ਗੁਣ ਵਸ ਰਹੇ ਨੇ, ਇਹ ਹੀ ਮੇਰੀ ਮਾਲਾ ਹੈ। ਮੈਂ ਬਾਰ-ਬਾਰ ਉਹਨਾਂ ਗੁਣਾਂ ਦਾ ਹੀ ਉਚਾਰਨ ਕਰਦਾ ਹਾਂ। ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਤਰਾਮ। ਆਦ ਦਾ ਮਤਲਬ ਜਗਤ ਦੇ ਆਦ ਤੋਂ, ਜਦੋਂ ਤੋਂ ਇਹ ਰਚਨਾ ਸ਼ੁਰੂ ਹੋਈ ਹੈ। ਜੁਗਾਦੀ ਦਾ ਮਤਲਬ ਜੁਗਾਂ ਤੋਂ, ਜਦੋਂ ਤੋਂ ਲੈ ਕੇ ਸਮਾਂ ਜਾਣਿਆ ਜਾਣ ਲੱਗਾ ਹੈ, ਯਾਨੀ ਜਦੋਂ ਤੋਂ ਲੈ ਕੇ ਸ੍ਰਿਸ਼ਟੀ ਬਣੀ ਹੈ, ਜਦੋਂ ਤੋਂ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ। ਤਾਂ ਭਗਤ ਕਬੀਰ ਜੀ ਕਹਿ ਰਹੇ ਨੇ, ਜਦ ਤੋਂ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ। ਸਗਲ ਭਗਤ ਦਾ ਮਤਲਬ ਸਾਰੇ ਹੀ ਭਗਤ, ਭਗਤ ਦਾ ਮਤਲਬ ਰੱਬ ਨਾਲ ਪਿਆਰ ਕਰਨ ਵਾਲੇ। ਹੁਣ ਭਗਤ ਕੌਣ ਨੇ?
ਇਹ ਚੀਜ਼ਾਂ ਯਾਦ ਰੱਖਣ ਵਾਲੀਆਂ ਨੇ। ਅਸੀਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇਹ ਬੜੇ ਵਿਸਥਾਰ ਸਹਿਤ ਵਿਚਾਰ ਆਏ ਹਾਂ ਕਿ ਜਿਹੜਾ ਪ੍ਰਭੂ ਦਾ ਨਾਮ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਜੋ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਹੁਕਮ ਹੈ, ਉਹ ਖੁਸ਼ੀਆਂ ਦਾ ਮੂਲ ਹੈ। ਤੇ ਭਗਤ ਉਹ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰਭੂ ਦਾ ਹੁਕਮ, ਪ੍ਰਭੂ ਦੇ ਗੁਣ ਵਸਦੇ ਨੇ, ਜੋ ਰੱਬੀ ਰਜਾ ਦੇ ਅੰਦਰ ਤੁਰਦੇ ਨੇ, ਉਹ ਭਗਤ ਨੇ। ਭਗਤ ਕੋਈ ਮਾਲਾ ਫੇਰਨ ਵਾਲੇ ਨਹੀਂ ਹੈ। ਭਗਤੀ ਦਾ ਮਤਲਬ ਮਾਲਾ ਫੇਰਨਾ, ਸਮਾਧੀਆਂ ਲਾਣਾ, ਸੰਸਾਰ ਨੂੰ ਛੱਡਣਾ, ਗੁਫਾਵਾਂ ਵਿੱਚ ਵੜਨਾ, ਪਹਾੜਾਂ ਤੇ ਚੜ੍ਹਨਾ ਨਹੀਂ ਹੈ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵੀ ਅਸੀਂ ਇਹ ਖੁੱਲ ਕੇ ਵਿਚਾਰ ਚੁੱਕੇ ਹਾਂ ਕਿ ਸਾਰੇ ਜਿਹੜੇ ਗੁਣ ਨੇ, ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਿ ਤੇਰੇ ਗੁਣਾਂ ਦੇ ਧਾਰਨੀ ਹੋਣ ਤੋਂ ਬਿਨਾਂ ਤੇਰੀ ਭਗਤੀ ਨਹੀਂ ਹੁੰਦੀ। ਤਾਂ ਇੱਥੇ ਭਗਤ ਦਾ ਮਤਲਬ ਉਹ ਨਹੀਂ ਹੈ ਕਿ ਜਿਨ੍ਹਾਂ ਨੇ ਚੋਲੇ ਪਾਏ ਨੇ, ਜਿਨ੍ਹਾਂ ਨੇ ਸੰਸਾਰ ਦਾ ਤਿਆਗ ਕੀਤਾ ਹੈ, ਜਾਂ ਜਿਨ੍ਹਾਂ ਨੇ ਗ੍ਰਸਤ ਨੂੰ ਤਿਆਗਿਆ, ਬ੍ਰਹਮਚਾਰੀ ਨੇ, ਵਿਆਹ ਆਦਿਕ ਨਹੀਂ ਕਰਾਇਆ, ਜਾਂ ਸਮਾਧੀਆਂ ਲਾ ਰਹੇ ਨੇ। ਇੱਥੇ ਭਗਤ ਦਾ ਮਤਲਬ ਉਹ ਨਹੀਂ ਹੈ, ਬਿਲਕੁਲ ਵੀ ਉਹ ਨਹੀਂ ਹੈ। ਇੱਥੇ ਭਗਤ ਦਾ ਮਤਲਬ ਹੀ ਇਹ ਹੈ ਜੋ ਰਜਾ ਵਿੱਚ ਤੁਰਦਾ ਹੈ, ਜੋ ਰੱਬੀ ਗੁਣਾਂ ਨੂੰ ਗਾਉਂਦਾ ਹੈ। ਤਾਂ ਆਦ ਜੁਗਾਦੀ ਸਗਲ ਭਗਤ, ਜਦ ਤੋਂ ਸ੍ਰਿਸ਼ਟੀ ਬਣੀ ਹੈ, ਸਾਰੇ ਭਗਤ ਪ੍ਰਭੂ ਦੇ ਗੁਣ ਹੀ ਗਾਉਂਦੇ ਆ ਰਹੇ ਨੇ। ਤਾਕੋ ਸੁਖ ਵਿਸਰਾਮ, ਤਾਕੋ ਦਾ ਮਤਲਬ ਉਹਨਾਂ ਲਈ ਇਹੀ ਸ਼ਾਂਤੀ ਔਰ ਟਿਕਾਵ ਦਾ ਕਾਰਨ ਸੀ, ਇਹੀ ਸੁਖ ਦਾ ਸਾਧਨ ਸੀ। ਔਰ ਇਹੀ ਵਿਸਰਾਮ ਦਾ ਮਤਲਬ ਟਿਕਾਵ, ਮਨ ਦਾ ਟਿਕ ਜਾਣਾ ਗੁਣਾਂ ਦੇ ਵਿੱਚ। ਔਰ ਇਹ ਜਿਹੜੇ ਗੁਣ ਗਾਣੇ ਨੇ, ਇਹੀ ਸੁੱਖਾਂ ਦਾ ਸਾਧਨ ਹੈ। ਔਰ ਹਕੀਕਤ ਵੀ ਇਹੀ ਹੈ। ਜੇਕਰ ਅਸੀਂ ਆਪਣੇ ਜਾਤੀ ਤਜਰਬੇ ਤੋਂ ਵੀ ਦੇਖੀਏ ਔਰ ਸਮਾਜ ਔਰ ਸੰਸਾਰ ਵੱਲ ਵੀ ਦੇਖੀਏ, ਜੋ ਇਨਸਾਨ ਗੁਣਾਂ ਦੇ ਧਾਰਨੀ ਨੇ, ਜਿਨ੍ਹਾਂ ਦੀ ਸੋਚ ਗੁਣਾਂ ਵਾਲੀ ਹੈ, ਜਿਨ੍ਹਾਂ ਦੀ ਬੋਲ ਬਾਣੀ ਗੁਣਾਂ ਵਾਲੀ ਹੈ, ਜਿਨ੍ਹਾਂ ਦੇ ਵਿਹਾਰ ਦੇ ਅੰਦਰ ਗੁਣ ਨੇ, ਜੋ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਨੇ, ਉਹ ਲੋਕ ਹੀ ਸ਼ਾਂਤ ਨੇ, ਉਹ ਲੋਕ ਹੀ ਸੁਖੀ ਨੇ, ਉਹ ਲੋਕ ਹੀ ਪਰ ਉਪਕਾਰੀ ਨੇ। ਔਰ ਜਿਹੜੇ ਲੋਕ ਕੇਵਲ ਮਾਲਾ ਹੀ ਫੇਰ ਰਹੇ ਨੇ, ਲੇਕਿਨ ਉਹਨਾਂ ਦਾ ਜੀਵਨ ਗੁਰਮਤ ਅਨੁਸਾਰ ਨਹੀਂ ਹੈ, ਐਸੇ ਲੋਕ ਵੀ ਆਪ ਨੂੰ ਸਮਾਜ ਦੇ ਅੰਦਰ ਚਾਰ ਚਫੇਰੇ ਵਿਚਰਦੇ ਹੋਏ ਦਿਸ ਸਕਦੇ ਨੇ, ਜਿਨ੍ਹਾਂ ਵਾਸਤੇ ਕਹਾਵਤ ਆਮ ਸੂਟ ਕਰਦੀ ਹੈ, ਮੂੰਹ ਮੈਂ ਰਾਮ ਬਗਲ ਮੈਂ ਛੁਰੀ ਵਾਲੀ ਅਵਸਥਾ ਹੁੰਦੀ ਹੈ। ਤਾਂ ਇੱਥੇ ਇਹਨਾਂ ਮਾਲਵਾਂ ਵਗੈਰਾ ਦਾ ਖੰਡਨ ਕੀਤਾ ਹੈ। ਲੇਕਿਨ ਅੱਜ ਅਸੀਂ ਦੇਖਦੇ ਹਾਂ ਕਿ ਆਮ ਲੋਕ ਵਿਖਾਵੇ ਦੇ ਤੌਰ ਤੇ ਮਾਲਾ ਪਾਈ ਫਿਰਦੇ ਨੇ। ਔਰ ਅੱਜ ਕੱਲ੍ਹ ਤੇ ਘਰਾਂ ਦੇ ਅੰਦਰ ਇਲੈਕਟ੍ਰੋਨਿਕ ਮਾਲਾਵਾਂ ਵੀ ਆ ਗਈਆਂ ਨੇ। ਗੁਰੂ ਸਾਹਿਬ ਦੀਆਂ ਤਸਵੀਰਾਂ ਬਣਾ ਦਿੱਤੀਆਂ ਨੇ ਡੁਪਲੀਕੇਟ, ਔਰ ਉਹਨਾਂ ਦੇ ਚਫੇਰੇ ਟਿਮ ਟਿਮ ਕਰਕੇ ਮਾਲਾ ਜਿਹੜੀ ਹੈ ਨਾ, ਬਿਜਲੀ ਵਾਲੀ ਫਿਰੀ ਜਾ ਰਹੀ ਹੈ। ਤੇ ਬਾਣੀ ਦੇ ਅੰਦਰ ਇਹਨਾਂ ਚੀਜ਼ਾਂ ਦਾ ਬੜੇ ਪਿਆਰ ਨਾਲ ਖੰਡਨ ਕੀਤਾ ਹੈ। ਆਪ ਨੂੰ ਯਾਦ ਹੋਏਗਾ, ਆਸਾ ਕੀ ਵਾਰ ਦੇ ਅੰਦਰ ਆਪ ਪੜ੍ਹਦੇ ਹੋ, ਰੋਜ਼ ਸਰਵਣ ਕਰਦੇ ਹੋ ਕਿ ਸੂਏ ਚਾੜ ਪੁਆਈਏ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ। ਕਿੰਨੀਆਂ ਚੀਜ਼ਾਂ ਘੁੰਮ ਰਹੀਆਂ ਨੇ। ਜੇ ਮਾਲਾ ਘੁਮਾਉਣ ਨਾਲ ਰੱਬ ਮਿਲਦਾ ਹੋਵੇ ਨਾ, ਧਰਤੀ ਦੇਖੋ ਕਿੰਨੀ ਸਪੀਡ ਦੇ ਨਾਲ ਘੁੰਮ ਰਹੀ ਹੈ। ਖੰਡ ਮੰਡਲ ਬ੍ਰਹਿਮੰਡ ਕਿੰਨੇ ਘੁੰਮ ਰਹੇ ਨੇ। ਲਾਟੂ ਮਾਧਾਣੀਆਂ ਅੰਨ ਗਾਹਾ, ਪੰਖੀ ਪਾਉਂਦੀਆਂ ਲੈਣ ਨਸਾ, ਸੂਏ ਚਾੜ ਪੁਆਈਏ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ। ਜਦੋਂ ਕਿਸਾਨ ਫਲੇ ਗਾਂਦੇ ਨੇ ਨਾ, ਬੈਲ ਘੁੰਮਦੇ ਨੇ, ਫਲੇ ਘੁੰਮ ਰਹੇ ਨੇ। ਲਾਟੂ ਤੁਸੀਂ ਦੇਖਿਆ ਹੈ, ਸਾਡੀ ਉਮਰ ਦੇ ਜਿਹੜੇ ਵੀਰ ਭੈਣਾਂ ਨੇ, ਇੱਕ ਲੱਕੜ ਦਾ ਲਾਟੂ ਜਿਹਾ ਬਣਾ ਕੇ ਉਹਦੇ ਵਿੱਚ ਕਿੱਲ ਠੋਕਿਆ ਹੁੰਦਾ ਸੀ, ਉੱਤੇ ਰੱਸੀ ਵਲ ਕੇ ਘੁਮਾ ਕੇ ਸੁੱਟੀ ਦਾ ਸੀ। ਕਿੰਨੀ ਤੇਜ਼ ਘੁੰਮਦਾ ਹੈ ਉਹ ਲਾਟੂ। ਮਧਾਣੀਆਂ, ਬੀਬੀਆਂ ਮਧਾਣੀਆਂ ਘੁਮਾ ਰਹੀਆਂ ਨੇ। ਅੱਜ ਕੱਲ ਤਾਂ ਇਲੈਕਟ੍ਰੋਨਿਕ ਆ ਗਈਆਂ ਨੇ, ਉਹਨਾਂ ਦੇ ਸਪੀਡ ਵੀ 1440 ਚੱਕਰ ਨੇ। ਤਾਂ ਲਾਟੂ ਮਾਧਾਣੀਆਂ ਅੰਨ ਗਾਹਾ, ਪੰਖੀ ਪਾਉਂਦੀਆਂ ਲੈਣਾ ਸਾ, ਪੰਖੀ ਉੱਡ ਰਹੇ ਨੇ। ਜੇ ਘੁੰਮਣ ਦੇ ਨਾਲ ਹੀ ਰੱਬ ਮਿਲਦਾ ਹੋਵੇ ਤਾਂ ਇਹਨਾਂ ਸਾਰਿਆਂ ਨੂੰ ਮਿਲ ਜਾਏ। ਫਿਰ ਤਾਂ ਇਹ ਸਾਰੀ ਭਗਤੀ ਕਰੀ ਜਾ ਰਹੇ ਨੇ। ਉਹ ਟਰੱਕ ਵਾਲੀ ਗੱਲ ਸੁਣਾਈ ਸੀ ਨਾ ਤੁਹਾਨੂੰ ਇੱਕ ਵਾਰੀ, ਕਿ ਟਰੱਕ ਡਰਾਈਵਰ ਜਾ ਰਿਹਾ ਸੀ ਤੇ ਰਾਹ ਦੇ ਅੰਦਰ ਕੋਈ ਬਾਬਾ ਮਿਲ ਗਿਆ। ਉਹਨੇ ਹੱਥ ਕੀਤਾ, ਟਰੱਕ ਡਰਾਈਵਰ ਨੇ ਰੋਕ ਲਿਆ। ਉਹਨੇ ਬਾਬੇ ਨੂੰ ਟਰੱਕ ਵਿੱਚ ਬਿਠਾ ਲਿਆ। ਬਾਬਾ ਕਹਿਣ ਲੱਗਾ ਮੈਨੂੰ ਇੱਥੋਂ 20-25 ਕਿਲੋਮੀਟਰ ਅੱਗੇ ਜਾਣਾ ਹੈ, ਉੱਥੇ ਉਤਾਰ ਦੀ। ਉਹਨੇ ਕਿਹਾ ਠੀਕ ਹੈ। ਉਹਨੇ ਬਾਬੇ ਨੇ ਗੱਲਾਂ ਸੁਣਾਈਆਂ। ਬਾਬੇ ਨੇ, ਡਰਾਈਵਰ ਨੇ 500 ਰੁਪਇਆ ਦੇ ਦਿੱਤਾ ਤੇ ਬਾਬੇ ਨੇ ਮਾਲਾ ਦਿੱਤੀ, ਕਿਉਂਕਿ ਇਹ ਮਾਲਾ ਹੀ ਦਿੰਦੇ ਨੇ ਜਿੱਥੇ ਜਾਣ, ਵੀ ਮਾਲਾ ਕਮਾਈ ਜਾਓ, ਵੀ ਦਿਮਾਗ ਨਹੀਂ ਯੂਜ਼ ਕਰਨਾ, ਮਾਲਾ ਕਮਾਈ ਜਾਓ। ਮਾਲਾ ਦੇ ਦਿੱਤੀ, ਬੇਟਾ ਫੇਰਿਆ ਕਰ। ਕੋਈ 6 ਮਹੀਨੇ ਬਾਅਦ ਉਹ ਫਿਰ ਡਰਾਈਵਰ ਉਧਰੋਂ ਲੰਘਿਆ ਕੁਦਰਤੀ, ਤੇ ਕੁਦਰਤੀ ਉਹ ਬਾਬਾ ਵੀ ਜਾ ਰਿਹਾ ਸੀ। ਉਹਨੇ ਹੱਥ ਕੀਤਾ, ਦੋਵਾਂ ਨੇ ਇੱਕ ਦੂਜੇ ਨੂੰ ਪਛਾਣ ਲਿਆ। ਉਹਨੇ ਟਰੱਕ ਰੋਕਿਆ, ਬਾਬਾ ਫਿਰ ਬਹਿ ਗਿਆ।
ਤੇ ਪੁੱਛਿਆ ਡਰਾਈਵਰ ਤੋਂ, ਬੇਟਾ ਮਾਲਾ ਫੇਰੀ? ਕਹਿਣ ਲੱਗਾ ਜੀ ਬਹੁਤ ਫੇਰੀ, ਇੰਨੀ ਮਾਲਾ ਫੇਰੀ ਕਿ ਮੇਰੇ ਜਿੰਨੀ ਮਾਲਾ ਅੱਜ ਤੱਕ ਦੁਨੀਆ ਵਿੱਚ ਕਿਸੇ ਨੇ ਫੇਰੀ, ਵਰਲਡ ਰਿਕਾਰਡ ਮੇਰਾ ਬਣ ਸਕਦਾ ਹੈ। ਤੇ ਪੁੱਛਿਆ ਵੀ ਇੰਨੀ ਮਾਲਾ ਫੇਰੀ, ਧੰਨਵਾਦ ਤੇਰਾ ਤੇ ਰੱਬ ਮਿਲਿਆ? ਕਹਿਣ ਲੱਗਾ ਵੀ ਰੱਬ ਰੂਪ ਤੇ ਨਹੀਂ ਮਿਲਿਆ, ਮਾਲਾ ਬੜੀ ਫੇਰੀ ਹੈ। ਕਹਿਣ ਲੱਗਾ ਫੇਰੀ ਕਿਵੇਂ? ਕਹਿੰਦਾ ਟਰੱਕ ਦੇ ਟਾਇਰ ਦੇ ਨਾਲ ਬੰਨੀ ਹੈ, ਰਾਤ ਦਿਨ ਘੁੰਮਦੀ, ਸਾਰਾ ਦਿਨ ਘੁੰਮਦੀ ਹੈ, 24 ਘੰਟੇ ਮੈਂ ਟਰੱਕ ਚਲਾਣਾ, ਘੁੰਮੀ ਜਾਂਦੀ। ਤਾਂ ਜੇ ਤੇ ਐਵੇਂ ਮਿਲਦਾ ਹੋਵੇ ਫਿਰ ਤੇ ਟਰੱਕ ਦੇ ਟਾਇਰ ਘੁੰਮ ਰਹੇ ਨੇ, ਸਾਈਕਲ ਦੇ ਟਾਇਰ ਘੁੰਮ ਰਹੇ ਨੇ। ਇਸ ਲਈ ਇੱਥੇ ਸੁੱਖ ਔਰ ਸ਼ਾਂਤੀ ਮਿਲਣੀ ਹੈ ਰੱਬੀ ਗੁਣਾਂ ਦੇ ਨਾਲ। ਇਹ ਜੋ ਗਿਣਤੀ ਮਿੰਤੀ ਦੇ ਪਾਠ ਪੂਜਾਵਾਂ ਨੇ, ਮਾਲਾਵਾਂ ਨੇ, ਇਹਨਾਂ ਦਾ ਭਗਤ ਕਬੀਰ ਜੀ ਖੁੱਲੇ ਤੌਰ ਤੇ ਖੰਡਨ ਕਰ ਰਹੇ। ਅਗਲਾ ਸਵਾਲ, ਅਗਲਾ ਸ਼ਲੋਕ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਨਹਾਰ। ਹੁਣ ਦੇਖੋ ਭਗਤ ਕਬੀਰ ਜੀ ਦੇਖਦੇ ਨੇ ਕਿ ਦੁਨੀਆ ਦੇ ਅੰਦਰ ਨੇ ਧਰਮ ਦੇ ਨਾਮ ਦੇ ਉੱਤੇ ਗਿਣਤੀ ਮਿੰਤੀ ਦੀ ਪਾਠ ਪੂਜਾ, ਔਰ ਜਿਸ ਤੋਂ ਅੱਗੇ ਫਿਰ ਬਹੁਤ ਵੱਡਾ ਵਪਾਰ ਚੱਲ ਜਾਂਦਾ ਨਾ ਕਿ ਤੁਸੀਂ ਇੰਨੇ ਪਾਠ ਕਰੋ, ਤੁਹਾਡਾ ਇਹ ਕਾਰਜ ਰਾਸ ਹੋ ਜਾਏਗਾ। ਤੇ ਬੰਦਾ ਕਹਿੰਦਾ ਮੇਰੇ ਕੋਲ ਤੇ ਇੰਨਾ ਟਾਈਮ ਨਹੀਂ ਹੈ। ਤੇ ਫਿਰ ਪੁਜਾਰੀ ਕਹਿੰਦਾ ਵੀ ਕੋਈ ਗੱਲ, ਤੇਰੇ ਕੋਲ ਟਾਈਮ ਨਹੀਂ ਤਾਂ ਪਾਠ ਮੈਂ ਕਰ ਦਿਆਂਗਾ, ਮਾਲਾ ਤੇਰੇ ਨਾਮ ਦੀ ਮੈਂ ਫਿਰ ਦਿਆਂਗਾ, ਤੂੰ ਭੇਟਾ ਦੇ ਦੇਵੀਂ। ਹੁਣ ਚੱਲ ਗਿਆ ਨਾ ਅੱਗੇ ਇੱਕ ਵਪਾਰ, ਔਰ ਇਹ ਬਹੁਤ ਵੱਡਾ ਵਪਾਰ ਇਸੇ ਤਰ੍ਹਾਂ ਚੱਲਦਾ ਹੈ। ਭਗਤ ਕਬੀਰ ਜੀ ਨੇ ਇਹਨਾਂ ਚੀਜ਼ਾਂ ਤੋਂ ਉਸ ਟਾਈਮ ਦੇ ਸਮਾਜ ਨੂੰ ਸੁਚੇਤ ਕੀਤਾ। ਦੇਖੋ ਅੱਜ ਤੋਂ ਇੰਨੇ 500-600 ਸਾਲ ਪਿੱਛੇ ਚਲੇ ਜਾਓ, ਉਦੋਂ ਕਿੰਨੀ ਵੱਡੀ ਜਾਗਰਤੀ ਲਿਆ ਰਹੇ ਨੇ, ਕਿੱਡੀ ਵੱਡੀ ਕ੍ਰਾਂਤੀ ਲਿਆ ਰਹੇ ਨੇ, ਕਿੱਡੇ ਵੱਡੇ ਕ੍ਰਾਂਤੀਕਾਰੀ ਇਹ ਭਗਤ ਜਨ ਹੋਣਗੇ, ਤੇ ਇਹ ਲੋਕਾਂ ਨੂੰ ਸੁਚੇਤ ਕੀਤਾ। ਪਰ ਅਸੀਂ ਅੱਜ ਵੀ ਬਹੁਤੇ ਫਸੇ ਹੋਏ ਹਾਂ। ਅਗਲੀ ਗੱਲ ਸੀ ਜਾਤੀਵਾਦ ਦੀ। ਉਦੋਂ ਦਾ ਸਮਾਜ ਜਿਹੜਾ ਹੈ 4 ਵਰਨਾਂ ਦੇ ਅੰਦਰ ਵੰਡਿਆ ਹੋਇਆ ਦਿਸਦਾ ਹੈ, ਬ੍ਰਾਹਮਣ, ਕਸ਼ਤਰੀ, ਸ਼ੂਦਰ, ਵੈਸ਼, ਅੱਗੋਂ ਉਹਨਾਂ ਦੀਆਂ ਜਾਤਾਂ ਔਰ ਅੱਗੋਂ ਉਪਜਾਤਾਂ। ਤੇ ਫਿਰ ਲੋਕ ਨੀਵੀਆਂ ਜਾਤਾਂ ਵਾਲੇ ਲੋਕਾਂ ਦੇ ਨਾਲ ਵਿਹਾਰ ਬੜਾ ਗਲਤ ਕਰਦੇ ਸੀ। ਇਹਦੇ ਬਾਰੇ ਆਪ ਨੇ ਖੁੱਲ ਕੇ ਪਿੱਛੇ ਸੁਣਿਆ ਵੀ ਹੋਇਆ ਹੈ, ਔਰ ਆਪ ਅੱਜ ਵੀ ਮਨੂ ਸਮ੍ਰਿਤੀ ਪੜ੍ਹ ਸਕਦੇ ਹੋ, ਜਿਸ ਦੇ ਅੰਦਰ ਇਹ ਚੀਜ਼ਾਂ ਆਪ ਨੂੰ ਮਿਲ ਜਾਣਗੀਆਂ। ਸ਼ੂਦਰ ਲੋਕ, ਅਖੌਤੀ ਨੀਵੀਂ ਜਾਤਾਂ ਦੇ, ਉਹ ਅੱਜ ਵੀ ਉਹਨਾਂ ਨੂੰ ਬਹੁਤ ਸਾਰੇ ਮੰਦਰਾਂ, ਧਰਮਾਂ ਸਥਾਨਾਂ ਦੇ ਵਿੱਚ ਵੜਨ ਦੀ ਇਜਾਜ਼ਤ ਨਹੀਂ ਹੈ। ਪਸ਼ੂਆਂ ਵਾਲਾ ਵਿਹਾਰ ਕੀਤਾ ਜਾਂਦਾ ਸੀ, ਜਾਤਾਂ ਪਾਤਾਂ ਦੇ ਅੰਦਰ ਬੰਦਾ ਵੰਡਿਆ ਹੋਇਆ ਸੀ। ਤੇ ਇਸੇ ਤਰ੍ਹਾਂ ਹੁਣ ਭਗਤ ਕਬੀਰ ਜੀ ਆਪਣੀ ਗੱਲ ਕਰ ਰਹੇ ਨੇ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਕਿ ਮੇਰੀ ਜਾਤ ਨੂੰ ਹਰ ਬੰਦਾ ਹੀ ਹੱਸਦਾ ਸੀ, ਮਜ਼ਾਕ ਸਮਝਦਾ ਸੀ, ਜੁਲਾਹਾ ਬਰਾਦਰੀ। ਤੇ ਉਹ ਕਹਿ ਰਿਹਾ ਹੈ ਕਿ ਮੇਰੀ ਜਾਤ ਨੂੰ ਸਾਰੇ ਹੀ ਮਜ਼ਾਕ ਕਰਦੇ ਨੇ, ਮੈਨੂੰ ਇੱਕ ਮਜ਼ਾਕ ਦਾ ਪਾਤਰ ਸਮਝਿਆ ਹੋਇਆ ਹੈ। ਜੁਲਾਹਾ ਜਾਤ ਨੂੰ ਲੋਕ ਮਜ਼ਾਕ ਦਾ ਪਾਤਰ ਸਮਝ ਰਹੇ ਨੇ। ਮੇਰੀ ਜਾਤ ਤੇ ਸਾਰੇ ਹੀ ਲੋਕ ਹੱਸਦੇ ਨੇ, ਮਜ਼ਾਕ ਕਰਦੇ ਨੇ, ਆਪਣੇ ਆਪ ਨੂੰ ਉੱਚੀ ਜਾਤ ਦਾ ਸਮਝਦੇ ਨੇ। ਔਰ ਭਗਤ ਕਬੀਰ ਜੀ ਨੇ ਦੇਖੋ ਅੱਜ ਤੋਂ ਕਿੰਨੇ 100 ਸਾਲ, ਸੈਂਕੜੇ ਸਾਲ ਪਹਿਲਾਂ, ਜਦੋਂ ਕਿ ਘੋਰ ਅਨਰਥ ਸੀ, ਅਗਿਆਨਤਾ ਦਾ ਘੁੱਪ ਹਨੇਰਾ ਸੀ, ਉਦੋਂ ਤਰਕ ਦੇ ਰਹੇ ਨੇ। ਜਦੋਂ ਭਗਤ ਕਬੀਰ ਜੀ ਨੂੰ ਕਿਸੇ ਬ੍ਰਾਹਮਣ ਨੇ ਕਿਹਾ ਨਾ ਕਿ ਤੂੰ ਛੋਟੀ ਜਾਤ ਦਾ ਹੈ, ਜੁਲਾਹਾ ਹੈ, ਮੈਂ ਉੱਚੀ ਜਾਤ ਦਾ ਹਾਂ, ਤੂੰ ਰੱਬ ਦਾ ਨਾਮ ਨਹੀਂ ਲੈ ਸਕਦਾ, ਤੂੰ ਨੀਚ ਹੈ ਜਾਂ ਨੀਵਾਂ ਹੈ, ਤਾਂ ਭਗਤ ਕਬੀਰ ਜੀ ਨੇ ਕਿੰਨਾ ਸੁੰਦਰ ਤਰਕ ਦਿੱਤਾ ਹੈ। ਆਪ ਸਵਾਲ ਕਰ ਰਹੇ ਨੇ ਕਿ ਸੱਜਣਾ, ਮੈਂ ਤੇਰੀ ਗੱਲ ਨੂੰ ਮੰਨ ਲਾਂਗਾ, ਮੈਨੂੰ ਮੰਨਣ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਕਿ ਜੇ ਮੈਂ ਨੀਵਾਂ ਵਾਂ ਤੇ ਮੈਂ ਮੰਨ ਲਵਾਂਗਾ, ਪਰ ਨੀਵੇਂ ਔਰ ਉੱਚੇ ਦਾ ਬੇਸ ਤੇ ਦੱਸ, ਕੋਈ ਕਾਰਨ ਤੇ ਦੱਸ, ਫਰਕ ਕੀ ਹੈ ਤੇਰੇ ਮੇਰੇ ਵਿੱਚ? ਤੁਮ ਕਤ ਬਾਹਮਣ ਹਮ ਕਤ ਸੂਦ, ਤੂੰ ਕਿਵੇਂ ਬ੍ਰਾਹਮਣ ਉੱਚੀ ਜਾਤ ਦਾ ਔਰ ਮੈਂ ਕਿਵੇਂ ਨੀਵੀਂ ਜਾਤ ਦਾ? ਹਮ ਕਤ ਲੋਹੂ ਤੁਮ ਕਤ ਦੂਧ, ਮੇਰੀਆਂ ਰਗਾਂ ਦੇ ਵਿੱਚ ਕਿਹੜਾ ਖੂਨ ਹੈ ਤੇ ਤੇਰੀਆਂ ਰਗਾਂ ਵਿੱਚ ਦੁੱਧ ਹੈ। ਜੇ ਤੇਰੀਆਂ ਰਗਾਂ ਵਿੱਚ ਦੁੱਧ ਹੁੰਦਾ, ਮੇਰੀਆਂ ਰਗਾਂ ਵਿੱਚ ਖੂਨ ਹੁੰਦਾ, ਤਾਂ ਮੈਂ ਮੰਨ ਲੈਂਦਾ ਕਿ ਤੂੰ ਉੱਚਾ ਮੈਂ ਨੀਵਾਂ। ਕਹੋਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਹੋਏ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਮੇਰੀ ਜਾਤ ਨੂੰ ਸਾਰੇ ਹੀ ਹੱਸਦੇ ਸੀ, ਮਜ਼ਾਕ ਕਰਦੇ ਸੀ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਾਤੀਵਾਦ ਦਾ ਖੰਡਨ ਕੀਤਾ ਹੈ, ਫੱਕੜ ਜਾਤੀ ਫੱਕੜ ਨਾਉ। ਔਰ ਗੁਰੂ ਪਾਤਸ਼ਾਹ ਨੇ ਤਾਂ ਪਾਵਨ ਬਚਨ ਕੀਤਾ ਹੈ, ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇਹ ਜਾਤ ਨਾ ਜਾਏ। ਰੱਬ ਦੇ ਦਰ ਦੇ ਉੱਤੇ ਦੇਹੀ ਔਰ ਜਾਤ ਦੀ ਕੋਈ ਵੈਲਿਊ ਨਹੀਂ ਹੈ। ਇਸ ਲਈ ਇਹ ਜਾਤੀਆਂ ਆਦਿਕ ਕੇਵਲ ਔਰ ਕੇਵਲ ਇੱਕ ਵਹਿਮ ਹੈ, ਇੱਕ ਮਹਾਨ ਵੱਡੀ ਅਗਿਆਨਤਾ ਹੈ।
इसलिए गुरु जी ने क्या है, जानो जोत ना पूछो जाति, आगे जात ना है। किसी बंदे दे अंदर रब दी जोत वेखो, ओदी जात ना पुछो। रब्बी दर दे उत्ते जात परवान नहीं है, जोत नूं वेखो। सब में जोत जोत है सोए। और भगत कबीर जी सानू अलर्ट कर रहे ने, अव्वल अल्लाह नूर उपाया, कुदरत के सब बंदे, एक नूर ते सब जग उपजया, कौन भले को मंदे। ਤਾਂ ਕਬੀਰ ਜੀ ਕਹਿੰਦੇ ਨੇ ਮੇਰੀ ਜਾਤ ਨੂੰ ਹਰੇਕ ਬੰਦਾ ਹੱਸਦਾ ਸੀ, ਭਾਵ ਜੁਲਾਹਾਂ ਦੀ ਜਾਤ ਨੂੰ ਹਰ ਬੰਦਾ ਮਖੌਲ ਕਰਦਾ ਹੈ। ਪਰ ਕਬੀਰ ਜੀ ਮਾਣ ਕਰ ਰਹੇ ਨੇ, ਬਲਿਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਨਹਾਰ। ਪਰ ਮੈਂ ਇਸ ਜਾਤ ਤੋਂ ਸਦਕੇ ਹਾਂ, ਵਾਰਨੇ ਹਾਂ, ਜਿਸ ਕਰਕੇ ਮੈਂ ਪ੍ਰਭੂ ਦੇ ਗੁਣ ਗਾ ਰਿਹਾ ਹਾਂ, ਰੱਬ ਦੀ ਰਜ਼ਾ ਵਿੱਚ ਚੱਲ ਰਿਹਾ ਹਾਂ। ਮੇਰੇ ਅੰਦਰ ਜ਼ਮੀਰ ਜ਼ਿੰਦਾ ਹੋਈ ਹੈ, ਇਨਸਾਨੀਅਤ ਜ਼ਿੰਦਾ ਹੋਈ ਹੈ, ਰੱਬੀ ਪ੍ਰੀਤ ਮਿਲੀ ਹੈ। ਮੈਂ ਚਾਰ ਚਫੇਰੇ ਉਸ ਰੱਬ ਦੀ ਜੋਤ ਨੂੰ ਵੇਖਣ ਜੋਗਾ ਹੋ ਗਿਆ ਹਾਂ। ਤਾਂ ਇਸ ਸਲੋਕ ਰਾਹੀਂ ਭਗਤ ਕਬੀਰ ਜੀ ਜਾਤੀਵਾਦ ਦਾ ਖੰਡਨ ਕਰ ਰਹੇ ਹਨ। ਇਸ ਲਈ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਇਹ ਪਾਵਨ ਸਲੋਕ ਪੜ੍ਹ ਕੇ, ਸੁਣ ਕੇ, ਵਿਚਾਰ ਕੇ, ਇਹ ਗੱਲਾਂ ਨੋਟ ਕਰਨ ਵਾਲੀਆਂ ਨੇ। ਇਹ ਗੱਲਾਂ ਜ਼ਿੰਦਗੀ ਦੇ ਅੰਦਰ ਇੰਪਲੀਮੈਂਟ ਕਰਨੀਆਂ ਨੇ ਕਿ ਅਸੀਂ ਵੀ ਆਪਣੀ ਜ਼ਿੰਦਗੀ ਚੋਂ ਜਾਤੀਵਾਦ ਨੂੰ ਖਤਮ ਕਰਨਾ ਹੈ। ਇੱਕ ਗੱਲ ਯਾਦ ਰੱਖਣੀ ਹੈ, ਸਿੱਖ ਦੀ ਕੋਈ ਜਾਤ ਨਹੀਂ ਹੈ ਤੇ ਜਿਸ ਦੀ ਜਾਤ ਹੈ ਉਹ ਸਿੱਖ ਨਹੀਂ ਹੈ। ਇਹ ਚੀਜ਼ ਪੱਕੀ ਪੱਲੇ ਬੰਨਣ ਵਾਲੀ ਹੈ। ਤਾਂ ਹੀ ਸਾਨੂੰ ਪਾਵਨ ਬਾਣੀ ਪੜ੍ਹ ਕੇ, ਸੁਣ ਕੇ ਇਹਦਾ ਲਾਭ ਸਾਨੂੰ ਤਾਂ ਹੋਏਗਾ ਜੇ ਅਸੀਂ ਇੰਪਲੀਮੈਂਟ ਕਰਾਂਗੇ, ਸਾਡੀ ਮਾਨਸਿਕਤਾ, ਸਾਡੀ ਸੋਚ ਦੇ ਅੰਦਰ ਵਿਸ਼ਾਲਤਾ ਆਏਗੀ। ਤਾਂ ਕਬੀਰ ਜੀ ਇਸ ਸ਼ਲੋਕ ਰਾਹੀਂ ਜਾਤੀਵਾਦ ਦਾ ਖੰਡਨ ਕਰਦੇ ਨੇ। ਅਗਲਾ ਬਚਨ ਕਰਦੇ ਨੇ, ਕਬੀਰ ਡਗਮਗ ਕਿਆ ਕਰੇ, ਕਹਾ ਡੁਲਾਵਹਿ ਜੀਓ, ਸਰਬ ਸੁਖ ਕੋ ਨਾਏ ਕੋ, ਰਾਮ ਨਾਮ ਰਸ ਪੀਓ। ਡਗਮਗ ਕਿਆ ਕਰੇ ਦਾ ਮਤਲਬ ਕਿਉਂ ਡੋਲਦਾ ਹੈ, ਕਿਉਂ ਜੱਕੋ ਤੱਕੇ ਕਰਦਾ ਹੈ। ਬੰਦਾ ਡੋਲ ਜਾਂਦਾ ਨਾ ਜਦੋਂ ਇਸ ਸਮਾਜ ਦੇ ਅੰਦਰ ਕਈ ਵਾਰ ਵਿਰੋਧਤਾ ਹੁੰਦੀ ਹੈ, ਤਾਂ ਬੰਦਾ ਡੋਲ ਜਾਂਦਾ ਹੈ। ਬੰਦਾ ਦੁੱਖਾਂ ਨੂੰ ਵੇਖ ਕੇ ਘਾਬਰ ਜਾਂਦਾ ਹੈ, ਬੰਦਾ ਚਿੰਤਾਵਾਂ ਨੂੰ ਵੇਖ ਕੇ ਘਾਬਰਦਾ ਹੈ, ਰੋਜੀ ਰੋਟੀ ਕਰਕੇ ਕਈ ਵਾਰ ਬੰਦਾ ਡੋਲਦਾ ਹੈ ਔਰ ਸੱਚ ਦੇ ਰਾਹਾਂ ਨੂੰ ਛੱਡ ਜਾਂਦਾ ਹੈ। ਦੁੱਖ ਆ ਜਾਏ ਨਾ, ਬਹੁਤ ਸਾਰੇ ਲੋਕ ਸੱਚ ਦੇ ਰਾਹ ਨੂੰ ਛੱਡ ਜਾਂਦੇ ਨੇ, ਔਰ ਕਈ ਵਾਰ ਲੋਕ ਸੁੱਖ ਆ ਜਾਏ ਤਾਂ ਵੀ ਸੱਚ ਨੂੰ ਛੱਡ ਕੇ, ਗੁਰਮਤ ਨੂੰ ਛੱਡ ਕੇ ਉਹ ਲਾਂਭੇ ਹੋ ਜਾਂਦੇ ਨੇ। ਕਿਤਨੇ ਸਾਰੇ ਲੋਕ ਡੋਲੇ ਨੇ ਔਰ ਕਿੰਨੇ ਸਾਰੇ ਲੋਕ ਡੋਲ ਰਹੇ ਨੇ। ਕਿਵੇਂ ਆਪਣੇ ਧਰਮ ਇਮਾਨ ਤੋਂ ਬੰਦਾ ਦੂਰ ਹੋ ਜਾਂਦਾ ਹੈ, ਪਰਾਏ ਧਨ ਨੂੰ ਤੱਕ ਕੇ ਬੰਦੇ ਦੀ ਨਜ਼ਰ ਡੋਲ ਜਾਂਦੀ ਹੈ। ਬੇਗਾਨੇ ਹੱਕ ਬੰਦਾ ਖਾ ਲੈਂਦਾ ਹੈ, ਲੋਕਾਂ ਦੇ ਨਾਲ ਨਫ਼ਰਤ ਆਪਣੇ ਅੰਦਰ ਪੈਦਾ ਕਰ ਲੈਂਦਾ ਹੈ, ਆਪਣੇ ਅੰਦਰ ਹੰਕਾਰ ਪੈਦਾ ਕਰ ਲੈਂਦਾ ਹੈ। ਇਹ ਸਾਰੀਆਂ ਡੋਲਣ ਵਾਲੀਆਂ ਗੱਲਾਂ ਹੀ ਨੇ। ਇਨਸਾਨੀਅਤ ਤੋਂ ਡਿੱਗ ਜਾਣਾ, ਆਪਣੇ ਫਰਜ਼ਾਂ ਤੋਂ ਦੂਰ ਚਲੇ ਜਾਣਾ, ਸਚਾਈ ਤੋਂ ਥੱਲੇ ਡਿੱਗ ਜਾਣਾ, ਇਸ ਨੂੰ ਤੇ ਡੋਲਣਾ ਕਹਿੰਦੇ ਨੇ। ਤਾਂ ਸੱਚ ਦੇ ਰਾਹ ਤੇ ਤੁਰਨਾ ਸੀ, ਸਚਿਆਰ ਹੋਣਾ ਸੀ, ਮਨ, ਬਚਨ ਔਰ ਕਰਮ ਕਰਕੇ ਸੱਚੇ ਹੋਣਾ ਸੀ, ਔਰ ਦੁੱਖਾਂ ਸੁੱਖਾਂ ਤੋਂ ਉਤਾਂ ਉੱਠਣਾ ਸੀ। ਤਾਂ ਕਬੀਰ ਜੀ ਕਹਿੰਦੇ ਨੇ, ਕਬੀਰ ਡਗਮਗ ਕਿਆ ਕਰੇ, ਕਹਾ ਡੁਲਾਵੇਂ ਜੀਓ। ਕਹਾ ਦਾ ਮਤਲਬ ਕਿਉਂ। ਤੇ ਕਬੀਰ ਜੀ ਕਹਿ ਰਹੇ ਨੇ ਕਿ ਇਹ ਮੇਰੇ ਮਨਾਂ ਤੂੰ ਕਿਉਂ ਡਗਮਗ ਕਰਦਾ ਹੈ, ਕਿਉਂ ਡੋਲਦਾ ਹੈ। ਰੱਬੀ ਗੁਣਗਾਨ ਤੂੰ ਕਿਉਂ ਆਪਣਾ ਮਨ ਚੁਰਾਂਦਾ ਹੈ, ਸੱਚ ਤੇ ਕਿਉਂ ਨਹੀਂ ਤੁਰਦਾ, ਕਿਉਂ ਸੱਚ ਨੂੰ ਵਿਸਾਰ ਕੇ ਤੇ ਭਟਕ ਰਿਹਾ ਹੈ। ਤੈਨੂੰ ਭਟਕਣਾ ਨਹੀਂ ਚਾਹੀਦਾ, ਸੱਚੇ ਰਾਹਾਂ ਤੇ ਤੁਰ, ਜੀਵਨ ਦੇ ਅੰਦਰ ਭਟਕ ਨਾ। ਰੱਬੀ ਗੁਣਾਂ ਨੂੰ ਗਾਣ ਲੱਗਿਆ ਜੱਗੋ ਤੱਕੇ ਨਾ ਕਰ, ਗੁਣਾਂ ਦਾ ਧਾਰਨੀ ਹੋਣ ਲੱਗਿਆ ਆਲਸ ਨਾ ਕਰ, ਸਗੋਂ ਸੱਚ ਦੇ ਨਾਲ, ਗੁਣਾਂ ਦੇ ਨਾਲ ਜੁੜਿਆ ਰਹੋ। ਤੇ ਇਹਦਾ ਰਿਜ਼ਲਟ ਕੀ ਨਿਕਲੇਗਾ, ਸਰਬ ਸੁਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਨਾਇਕੋ ਦਾ ਮਤਲਬ ਹੈ ਮਾਲਕ, ਰਾਮ ਨਾਮ, ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ ਜਰਰੇ ਜਰਰੇ ਅੰਦਰ, ਤੇ ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਰੱਬੀ ਗੁਣ। ਤਾਂ ਕਬੀਰ ਜੀ ਕਹਿੰਦੇ ਨੇ ਜੋ ਸਾਰੇ ਸੁੱਖਾਂ ਦਾ ਮਾਲਕ ਹੈ, ਸਾਰੇ ਸੁੱਖਾਂ ਦਾ ਮਾਲਕ ਕੌਣ ਹੈ, ਪ੍ਰਭੂ ਦਾ ਹੁਕਮ, ਪ੍ਰਭੂ ਦੇ ਗੁਣ। ਅਸੀਂ ਸੁਖਮਨੀ ਸਾਹਿਬ ਵਿੱਚ ਵਿਚਾਰਿਆ ਹੈ ਨਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਜੋ ਰੱਬ ਦਾ ਹੁਕਮ ਹੈ ਉਹ ਸਾਰੇ ਸੁੱਖਾਂ ਦਾ ਮੂਲ ਹੈ। ਹੁਕਮ ਦੇ ਅੰਦਰ ਜ਼ਿੰਦਗੀ ਜੀਣਾ, ਕਿਸੇ ਸਿਸਟਮ ਦੇ ਅੰਦਰ ਜੀਵਨ ਜੀਣਾ ਹੀ ਸੁੱਖਾਂ ਦਾ ਸਾਧਨ ਹੈ। ਤਾਂ ਕਬੀਰ ਜੀ ਕਹਿੰਦੇ ਨੇ ਜੋ ਰੱਬੀ ਗੁਣ ਨੇ
ਇਹ ਸਾਰੇ ਸੁੱਖਾਂ ਦਾ ਰਸ ਨੇ। ਇਹਨਾਂ ਰਸਾਂ ਨੂੰ ਪੀ, ਇਸ ਰਸ ਨੂੰ ਪੀ, ਸੁੱਖਾਂ ਨੂੰ ਮਾਣ। ਹੁਣ ਸਾਰੇ ਸੁੱਖਾਂ ਦਾ ਰਸ ਕੀ ਹੈ? ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ, ਜ਼ਰਰੇ ਜ਼ਰਰੇ ਦੇ ਅੰਦਰ ਸਮਾਇਆ ਹੋਇਆ ਪ੍ਰਭੂ, ਉਹਦੇ ਗੁਣ, ਉਹਦਾ ਹੁਕਮ, ਰਜ਼ਾ ਭਾਣਾ। ਰਜ਼ਾ ਦੇ ਅੰਦਰ ਚੱਲ, ਰੱਬੀ ਗੁਣਾਂ ਦੇ ਰਸ ਨੂੰ ਪੀ, ਮਾਣ। ਇਹ ਸਾਰੇ ਸੁੱਖਾਂ ਦਾ ਮੂਲ ਹੈ। ਇਹ ਚੀਜ਼ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ। ਦੇਖੋ, ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਜੋ ਸ਼ੁਭ ਜਜ਼ਬੇ ਨੇ, ਇਹਨਾਂ ਦੇ ਵਿੱਚੋਂ ਹੀ ਸੁੱਖ ਉਪਜੇਗਾ। ਈਰਖਾ, ਦਵੈਸ਼, ਵੈਰ ਵਿਰੋਧ, ਹੰਕਾਰ, ਲੱਭ ਲੋਭ, ਲਾਲਚ, ਇਹਨਾਂ ਦੇ ਵਿੱਚੋਂ ਦੁੱਖ ਉਪਜੇਗਾ। ਹੁਣ ਰਸ ਪੀਣ ਦਾ ਮਤਲਬ ਇਹ ਹੈ ਕਿ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਨਾ। ਫਾਰ ਐਗਜ਼ਾਮਪਲ, ਅਸੀਂ ਸਾਰੇ ਕਲਾਸ ਵਾਲੇ ਵੀਰ ਭੈਣਾਂ ਵਾਂ, ਜੇ ਅਸੀਂ ਆਪਸ ਦੇ ਅੰਦਰ ਪ੍ਰੇਮ ਦੇ ਨਾਲ ਵਰਤੀਏ, ਇਸ ਗੱਲ ਨੂੰ ਸਮਝਣ ਲਈ ਜੇ ਸਿਰਫ ਆਪਣੀ ਕਲਾਸ ਦੀ ਹੀ ਗੱਲ ਕਰੀਏ ਕਿ ਜੇ ਸਾਰੇ ਅਸੀਂ ਇੱਕ ਦੂਜੇ ਨਾਲ ਪ੍ਰੇਮ ਦੇ ਨਾਲ ਵਰਤੀਏ, ਪ੍ਰੇਮ ਦੇ ਨਾਲ ਵਰਤੋਂ ਵਿਹਾਰ ਕੀਤਿਆਂ ਜਿਹੜਾ ਸੁੱਖ ਨਿਕਲੇਗਾ ਨਾ, ਉਹ ਪ੍ਰੇਮ ਦਾ ਰਸ ਹੋਏਗਾ, ਜੋ ਰਿਜ਼ਲਟ ਨਿਕਲੇਗਾ। ਅਸੀਂ ਸੱਚੀ ਜ਼ਿੰਦਗੀ ਜੀਵੀਏ, ਮਨ ਬਚਨ ਕਰਮ ਕਰਕੇ। ਸੱਚੀ ਜ਼ਿੰਦਗੀ ਜੀਣ ਦੇ ਨਾਲ ਜੋ ਸੁੱਖ ਮਿਲੇਗਾ ਉਹ ਸੱਚ ਦਾ ਰਸ ਹੋਏਗਾ। ਪੋਜ਼ਿਟਿਵ ਥਿੰਕਿੰਗ, ਸਕਾਰਾਤਮਕ ਸੋਚਣ ਨਾਲ, ਚੜ੍ਹਦੀ ਕਲਾ ਵਿੱਚ ਰਹਿਣ ਨਾਲ ਜਿਹੜੀ ਖੁਸ਼ੀ ਮਿਲੇਗੀ ਨਾ, ਉਹ ਪੋਜ਼ਿਟਿਵ ਥਿੰਕਿੰਗ ਦਾ ਰਸ ਹੋਏਗੀ। ਹੁਣ ਉਹ ਰਸ ਤੇ ਤਾਂ ਮਾਣਿਆ ਜਾਏਗਾ ਨਾ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਅਮਲੀ ਰੂਪ ਦੇਵਾਂਗੇ, ਅਮਲੀ ਰੂਪ ਦੇਵਾਂਗੇ। ਇਸ ਲਈ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜਾਤੀਵਾਦ ਤੋਂ ਉਤਾਂ ਉੱਠੋ, ਜਾਤੀਵਾਦ ਵਿੱਚ ਸੁੱਖ ਨਹੀਂ ਹੈ, ਮਾਲਾ ਫੇਰਨ ਵਿੱਚ ਸੁੱਖ ਨਹੀਂ, ਮਾਲਾ ਘੁਮਾਉਣ ਦੇ ਨਾਲ ਕੁਛ ਬਣਨ ਵਾਲਾ ਨਹੀਂ ਹੈ। ਰੱਬੀ ਗੁਣਾਂ ਦੇ ਧਾਰਨੀ ਹੋਵੋ, ਇਸ ਰਸ ਨੂੰ ਪੀਵੋ, ਤੁਹਾਡਾ ਜੀਵਨ ਰਸਮਈ ਹੋ ਜਾਏਗਾ। ਡੱਕੋ ਡੋਲੇ ਨਾ ਖਾਓ, ਭਟਕੋ ਨਾ, ਇਧਰ ਉਧਰ ਭਟਕਣ ਦੀ ਲੋੜ ਨਹੀਂ ਕਿ ਮਾਲਾ ਫੇਰੀਏ। ਜਾਤੀਵਾਦ ਵਿੱਚ ਨਾ ਭਟਕੋ, ਵਿਕਾਰਾਂ ਵਿੱਚ ਨਾ ਭਟਕੋ, ਕਰਮ ਕਾਂਡਾਂ ਵਿੱਚ ਨਾ ਭਟਕੋ, ਸਗੋਂ ਸਾਰੇ ਸੁੱਖਾਂ ਦਾ ਜੋ ਸਾਰ ਰਸ ਪ੍ਰਭੂ ਦਾ ਹੁਕਮ ਹੈ, ਰੱਬੀ ਗੁਣ ਨੇ, ਉਸ ਰਸ ਨੂੰ ਮਾਣੋ, ਉਹਦੇ ਮੁਤਾਬਕ ਜ਼ਿੰਦਗੀ ਜੀਵੋ, ਤੁਹਾਨੂੰ ਸਾਰੇ ਸੁੱਖ ਮਿਲਣਗੇ। कबीर कंचन के कुंडल बने, ऊपर लाल जड़ाओ, दीसे दाधे कान ज्यों, जिन मन ना ही नाओ। कंचन का मतलब सोना, कुंडल का मतलब कन्ना विच पाण वाले वाले, ऊपर लाल जड़ाओ का मतलब उत्ते लाल हीरे जड़े होण। हुण कबीर जी कहंदे ने जे सोने दे वाले बने होण, ਉਹਨਾਂ ਵਾਲਿਆਂ ਦੇ ਉੱਤੇ ਲਾਲ ਜੜੇ ਹੋਣ, ਤੇ ਇਹ ਲੋਕਾਂ ਨੇ ਕੰਨਾਂ ਵਿੱਚ ਪਾਏ ਹੋਣ, ਇਹ ਕੰਨਾਂ ਵਿੱਚ ਪਾਏ ਹੋਣ ਸੋਨੇ ਦੇ ਵਾਲੇ, ਸੋਨੇ ਦੇ ਗਹਿਣੇ, ਉੱਤੇ ਹੀਰੇ ਲਾਲਾਂ ਦੀ ਜੜਤ ਹੋਵੇ, ਇੰਨੇ ਮਹਿੰਗੇ ਗਹਿਣੇ ਪਾਏ ਹੋਏ ਹੋਣ, ਤੇ ਬੰਦਾ ਵਿਖਾਉਂਦਾ ਹੈ ਨਾ ਆਪਣਾ ਟੌਰ ਟੱਪਾ ਸੰਸਾਰ ਦੇ ਵਿੱਚ। ਆਮ ਕਰਕੇ ਦੇਖੋ, ਇਸ ਚੀਜ਼ ਨੂੰ ਧਰਮ ਦੇ ਨਾਲ ਜੋੜ ਕੇ ਦੇਖਣ ਦੀ ਲੋੜ ਨਹੀਂ ਹੈ। ਜੇ ਅਸੀਂ ਦੇਖੀਏ ਹਰ ਚੀਜ਼ ਦਾ ਫੰਕਸ਼ਨ, ਮੰਨ ਲਓ ਕਿ ਅਸੀਂ ਘੜੀ ਪਾਈ ਹੋਈ ਹੈ ਹੱਥ ਵਿੱਚ, ਤਾਂ ਘੜੀ ਦਾ ਫੰਕਸ਼ਨ ਹੈ ਕਿ ਅਸੀਂ ਟਾਈਮ ਦੇਖਣਾ ਹੈ, ਟਾਈਮ ਨਾਲ ਜਾਣਾ ਹੈ, ਬੱਸ ਹੈ, ਟ੍ਰੇਨ ਹੈ, ਜਾਂ ਸਾਡਾ ਦਫ਼ਤਰ ਦਾ ਕੰਮ, ਜੋ ਵੀ ਟਾਈਮ ਦੇਖਣਾ ਹੈ, ਘੜੀ ਦਾ ਫੰਕਸ਼ਨ ਹੈ। ਜੇ ਕਿਸੇ ਨੇ ਕੜਾ ਪਾਇਆ ਤਾਂ ਕੜੇ ਦਾ ਫੰਕਸ਼ਨ ਹੈ ਕਿ ਉਸਨੇ ਅੰਮ੍ਰਿਤ ਪਾਨ ਕੀਤਾ ਹੋਇਆ ਹੈ, ਉਹਨੂੰ ਉਹ ਪਾਣਾ ਜ਼ਰੂਰੀ ਹੈ, ਫੰਕਸ਼ਨ ਹੈ ਨਾ ਉਹਦਾ। ਹੁਣ ਜੇ ਜੁੱਤੀ ਪਾਈ ਹੈ ਪੈਰਾਂ ਵਿੱਚ ਤਾਂ ਉਹਦਾ ਫੰਕਸ਼ਨ ਹੈ ਕਿ ਅਸੀਂ ਗਰਮੀ ਸਰਦੀ ਤੋਂ ਬਚਣਾ ਹੈ, ਕੋਈ ਕੰਡਾ ਨਾ ਵੱਜੇ। ਕੱਪੜੇ ਪਾਏ ਨੇ, ਇਹਦਾ ਫੰਕਸ਼ਨ ਹੈ ਤਨ ਨੂੰ ਢੱਕਣਾ, ਗਰਮੀ ਸਰਦੀ ਤੋਂ ਬਚਣਾ। ਪਰ ਜੇ ਉਂਗਲੀ ਦੇ ਵਿੱਚ ਛਾਪ ਪਾਈ ਹੋਵੇ ਤੇ ਉਸ ਛਾਪ ਦਾ ਫੰਕਸ਼ਨ ਕੀ ਹੈ? ਛਾਪ ਦਾ ਫੰਕਸ਼ਨ ਕੀ ਹੈ? ਕੰਨਾਂ ਵਿੱਚ ਵਾਲੀਆਂ ਪਾਈਆਂ ਨੇ, ਜਾਂ ਨੱਕ ਵਿੱਚ ਪਾਏ ਨੇ ਗਹਿਣੇ, ਜਾਂ ਜੋ ਵੀ ਮਾਲਾਵਾਂ ਪਾਈਆਂ ਨੇ, ਇਹਦਾ ਫੰਕਸ਼ਨ ਕੀ ਹੈ? ਫੰਕਸ਼ਨ ਤਾਂ ਵਿਖਾਵਾ ਹੀ ਹੈ ਨਾ ਕਿ ਮੇਰੇ ਕੋਲ ਸੋਨਾ ਹੈ, ਹੋਰ ਇਹਦਾ ਫੰਕਸ਼ਨ ਤਾਂ ਕੁਛ ਨਹੀਂ ਹੈ। ਫੰਕਸ਼ਨ ਤਾਂ ਵਿਖਾਵਾ ਹੀ ਹੈ ਨਾ, ਇਹਦੇ ਨਾਲ ਕੋਈ ਸੁੱਖ ਆਰਾਮ ਤਾਂ ਮਿਲਣਾ ਨਹੀਂ। ਜੇ ਕੋਈ ਬੰਦਾ ਚਾਹੇ ਕਿ ਕੇਵਲ ਸੋਨੇ ਦੇ, ਹੀਰੇ ਜਵਾਹਰਾਤਾਂ ਦੇ ਗਹਿਣੇ ਪਾ ਕੇ ਤੇ ਮੇਰੇ ਅੰਦਰ ਇਨਸਾਨੀਅਤ ਅੰਦਰ ਦੀ ਖੁਸ਼ੀ ਪੈਦਾ ਹੋ ਜਾਏ ਜਾਂ ਸ਼ੁਭ ਗੁਣ ਪੈਦਾ ਹੋ ਜਾਣ, ਤਾਂ ਐਸਾ ਤਾਂ ਨਹੀਂ ਹੈ। ਇਹਦਾ ਮਤਲਬ ਇਹ ਵੀ ਨਹੀਂ ਕਿ ਜਿਨ੍ਹਾਂ ਨੇ ਗਹਿਣੇ ਪਾਏ ਨੇ ਸਾਰਿਆਂ ਵਿੱਚ ਹੀ ਔਗਣ ਨੇ, ਗੱਲ ਇਹ ਨਹੀਂ ਹੈ। ਗੱਲ ਇਹ ਸਮਝਣ ਦੀ ਜ਼ਰੂਰਤ ਹੈ ਭਗਤ ਕਬੀਰ ਜੀ ਕਹਿਣਾ ਕੀ ਚਾਹ ਰਹੇ।
ਕਹਿੰਦੇ ਨੇ ਕਿ ਜੇ ਬੜੇ ਸੁੰਦਰ ਸੋਨੇ ਦੇ ਕੀਮਤੀ ਵਾਲੇ ਪਾਏ ਹੋਣ, ਜਿਨ੍ਹਾਂ ਵਿੱਚ ਹੀਰੇ ਜਵਾਹਰਾਤ ਜੜੇ ਹੋਣ, ਪਰ ਮਨ ਦੇ ਅੰਦਰ ਜਾਂ ਜ਼ਿੰਦਗੀ ਵਿੱਚ ਸੋਚ ਵਿੱਚ ਗੁਣ ਨਾ ਹੋਣ, ਇਨਸਾਨੀਅਤ ਨਾ ਹੋਵੇ, ਤਾਂ ਦੀਸਹਿ ਦਾਧੇ ਕਾਨ ਜਿਉ ਜਿਨ ਮਨ ਨਾਹੀ ਨਾਉ। ਇਹਨੂੰ ਦੀਸਹਿ ਨੂੰ ਬਿੰਦੀ ਲਾ ਕੇ ਪੜਾਂਗੇ ਦੀਸਹਿ, ਕਿਉਂਕਿ ਇਹ ਕਿਰਿਆਵਾਚੀ ਸ਼ਬਦ ਹੈ। ਕਿਰਿਆਵਾਚੀ ਹਾਹੇ ਦੇ ਨਾਲ ਜਦੋਂ ਸਿਹਾਰੀ ਹੋਵੇ ਤਾਂ ਉਹ ਬਹੁਵਚਨੀ ਸ਼ਬਦ ਹੁੰਦਾ ਹੈ, ਉਸ ਦਾ ਉਚਾਰਨ ਨਾਸਕੀ ਹੋਏਗਾ। ਦੀਸਹਿ ਦਾਧੇ ਕਾਨ ਜਿਉ। ਦਾਧੇ ਦਾ ਮਤਲਬ ਸੜੇ ਹੋਏ, ਤੇ ਕਾਨ ਦਾ ਮਤਲਬ ਹੁੰਦਾ ਹੈ ਕਾਨਾ, ਸਰਕੜਾ। ਇੰਡੀਆ ਦੇ ਵਿੱਚ ਵੇਖਿਆ ਹੋਏਗਾ ਪੈਲੀਆਂ ਦੇ ਕਿਨਾਰਿਆਂ ਤੇ ਸਰਕੜੇ ਹੁੰਦੇ ਸੀ, ਰਾਵਾਂ ਦੇ ਕਿਨਾਰਿਆਂ ਤੇ ਸਰਕੜੇ, ਤੇ ਉਹ ਸਰਕੜਿਆਂ ਨੂੰ ਵੱਢ ਕੇ ਫਿਰ ਲੋਕ ਛੰਨਾ ਆਦਿਕ ਬਣਾਉਂਦੇ ਸੀ। ਉਹਨਾਂ ਨੂੰ ਆਮ ਪੰਜਾਬੀ ਵਿੱਚ ਸਰਕੜਿਆਂ ਦੇ ਇੱਕ ਕਾਨੇ ਨੂੰ ਕਾਨਾ ਕਹਿ ਦਿੰਦੇ ਨੇ। ਕਬੀਰ ਜੀ ਕਹਿੰਦੇ ਨੇ, ਪਰ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਨਾਮ ਯਾਨੀ ਰੱਬ ਦੇ ਗੁਣ ਨਹੀਂ, ਜੋ ਰੱਬੀ ਰਜਾ ਵਿੱਚ ਨਹੀਂ ਤੁਰਦੇ, ਉਹ ਸੜੇ ਹੋਏ ਕਾਨੇ ਦੀ ਤਰ੍ਹਾਂ ਨੇ। ਵੇਖਿਆ ਹੈ ਨਾ, ਕਾਨਿਆਂ ਨੂੰ ਸਰਕੜਿਆਂ ਨੂੰ ਅੱਗ ਲਾ ਦਿੱਤੀ ਸੀ, ਤੇ ਅੱਗ ਲਾਉਣ ਦੇ ਨਾਲ ਕਾਨੇ ਜਾਂਦੇ ਨੇ ਸੜ, ਤੇ ਉਹ ਬਾਹਰੋਂ ਹੋਰ ਚਮਕਣੇ ਹੋ ਜਾਂਦੇ ਨੇ। ਖੜੇ ਰਹਿੰਦੇ ਨੇ ਕਈ ਵਾਰ ਸਿੱਧੇ, ਸੜ ਜਾਂਦੇ ਨੇ ਪਰ ਉਹ ਚਮਕਦੇ ਜ਼ਿਆਦਾ ਨੇ, ਪਰ ਜਦੋਂ ਉਹਨਾਂ ਨੂੰ ਫੜੋਗੇ ਨਾਲ ਦੇ ਨਾਲ ਉਹ ਟੁੱਟ ਜਾਂਦੇ ਨੇ। ਤਾਂ ਕਬੀਰ ਜੀ ਕਹਿੰਦੇ ਨੇ, ਉਸ ਲਿਸ਼ਕ ਦੇ ਬਹੁਤ ਨੇ ਕਾਨੇ, ਪਰ ਸੜੇ ਹੋਏ ਨੇ ਅੰਦਰੋਂ, ਕਿਸੇ ਕੰਮ ਨਹੀਂ ਆਉਂਦੇ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਬੜੇ ਕੀਮਤੀ ਕੁੰਡਲ ਪਾਏ ਨੇ, ਹੀਰੇ ਜਵਾਹਰਾਤਾਂ ਦੇ ਨਾਲ ਜੜੇ ਹੋਏ ਨੇ, ਪਰ ਜੇ ਉਹਨਾਂ ਦੇ ਮਨ ਦੇ ਅੰਦਰ ਸ਼ੁਭ ਗੁਣ ਨਹੀਂ, ਉਹਨਾਂ ਦੀ ਸੋਚ ਚੰਗੀ ਨਹੀਂ, ਤਾਂ ਉਹ ਸੜੇ ਹੋਏ ਕਾਨੇ ਦੀ ਤਰ੍ਹਾਂ ਨੇ, ਉਹ ਕਿਸੇ ਕੰਮ ਨਹੀਂ ਆਉਂਦੇ ਕਿਸੇ ਦੇ। ਬਾਹਰੋਂ ਚਮਕ ਹੈ ਪਰ ਅੰਦਰ ਤੇ ਰਾਖ ਭਰੀ ਹੈ। ਭਗਤ ਕਬੀਰ ਜੀ ਇੱਥੇ ਸੜੇ ਹੋਏ ਕਾਨੇ ਦੀ ਤਰ੍ਹਾਂ ਕਹਿ ਰਹੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਨੂੰ ਸਿੰਮਲ ਰੁੱਖ ਦੀ ਤੁਲਨਾ ਦੇ ਰਹੇ ਨੇ। ਸਿੰਮਲ ਰੁੱਖ ਸਰਾਏਰਾ, ਅਤ ਦੀਰਘ ਅਤ ਮੁੱਚ, ਹੋਏ ਜੇ ਆਵੇਂ ਆਸ ਕਰ ਜਾਇਨ ਰਸ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇਂ ਪਤ, ਮਿੱਠਤ ਨਹੀਂ ਨਾਨਕਾ। ਸਿੰਮਲ ਦਾ ਰੁੱਖ ਬੜਾ ਉੱਚਾ ਹੈ, ਬੜਾ ਮੋਟਾ ਹੈ, ਬੜਾ ਫੈਲਿਆ ਹੋਇਆ ਹੈ, ਬੜੇ ਹਰੇ ਹਰੇ ਪੱਤੇ ਨੇ, ਬੜੇ ਸੋਹਣੇ ਸੋਹਣੇ ਫੁੱਲ ਨੇ, ਨਿੱਕੇ ਨਿੱਕੇ ਫਲ ਲੱਗੇ ਨੇ। ਪੰਛੀ ਆਸ ਕਰਕੇ ਆਉਂਦਾ ਹੈ, ਫਲ ਫਿੱਕੇ, ਫਲਾਂ ਨੂੰ ਚੁੰਝ ਮਾਰਦਾ, ਫਿੱਕੇ ਨੇ, ਪੱਤਿਆਂ ਨੂੰ ਚੁੰਝ ਮਾਰਦਾ, ਫੁੱਲਾਂ ਨੂੰ ਤੇ ਉਹ ਬੱਕ ਬੱਕੇ ਨੇ। ਕੰਮ ਨਾ ਆਵੇਂ ਪੱਤ, ਪੱਤੇ ਕੰਮ ਨਹੀਂ ਆਉਂਦੇ, ਵਿਚਾਰਾ ਨਿਰਾਸ਼ਾ ਉੱਡ ਜਾਂਦਾ ਹੈ। ਇਸੇ ਤਰ੍ਹਾਂ ਕੋਈ ਬੰਦਾ ਜਿਸ ਦੀ ਆਰਥਿਕ ਪੋਜੀਸ਼ਨ ਬਹੁਤ ਮਜ਼ਬੂਤ ਹੈ, ਜਿਹਦਾ ਸਮਾਜਿਕ ਖਲਾਰਾ ਬੜਾ ਹੈ, ਰਾਜਨੀਤਿਕ ਪਹੁੰਚ ਬੜੀ ਹੈ, ਰਾਜਨੀਤਿਕ ਕੱਦ ਬੜਾ ਲੰਬਾ ਹੈ, ਪਰ ਜੇ ਐਸਾ ਬੰਦਾ ਕਿਸੇ ਦਾ ਸਹਿਯੋਗ ਨਹੀਂ ਕਰਦਾ, ਜੇ ਐਸੇ ਬੰਦੇ ਦੀ ਬੋਲ ਬਾਣੀ ਮਿੱਠੀ ਨਹੀਂ, ਕਿਸੇ ਦੀ ਕੋਈ ਹੈਲਪ ਨਹੀਂ ਕਰਦਾ, ਉਹਦੇ ਤੋਂ ਕੋਈ ਆਸ ਨਹੀਂ ਹੈ, ਤਾਂ ਫਿਰ ਸਿੰਮਲ ਰੁੱਖ ਹੀ ਹੋ ਗਿਆ, ਸੜਿਆ ਹੋਇਆ ਕਾਨਾ ਹੀ ਹੋ ਗਿਆ। ਇਸ ਦੁਨੀਆ ਦੇ ਅੰਦਰ ਬਹੁਤਾਤ ਗਿਣਤੀ ਜੋ ਹੈ, ਸੜੇ ਹੋਏ ਕਾਨਿਆਂ ਦੀ ਤਰ੍ਹਾਂ ਲੋਕ ਫਿਰ ਰਹੇ ਨੇ। ਬਾਹਰੋਂ ਬਹੁਤ ਚਮਕ ਹੈ, ਪਰ ਥੋੜਾ ਜਿਹਾ ਬੁਲਾ ਕੇ ਵੇਖੋ, ਅੰਦਰੋਂ ਅੱਗ, ਅੰਦਰੋਂ ਗੁੱਸੇ ਦੀਆਂ ਲਹਿਰਾਂ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਬਾਹਰੀ ਵਿਖਾਵੇ ਦੇ ਨਾਲ ਬੇਸ਼ੱਕ ਤੁਸੀਂ ਧਾਰਮਿਕ ਕੱਪੜੇ ਪਾ ਲਓ, ਚਿੱਟੇ ਚੋਲੇ ਪਾ ਲਓ, ਪੀਲੇ ਬਸਤਰ ਪਾ ਲਓ, ਔਰ ਧਾਰਮਿਕ ਚਿੰਨ੍ਹ ਧਾਰਨ ਕਰ ਲਓ, ਪਰ ਜੇ ਤੁਹਾਡੀ ਜ਼ਿੰਦਗੀ ਦੇ ਅੰਦਰ ਸ਼ੁਭ ਗੁਣ ਨਹੀਂ ਹਨ, ਤਾਂ ਤੁਸੀਂ ਸੜੇ ਹੋਏ ਕਾਨੇ ਦੀ ਤਰ੍ਹਾਂ ਹੋ, ਸੁੱਖ ਨਹੀਂ ਮਿਲੇਗਾ। ਕਬੀਰ ਐਸਾ ਏਕ ਆਧ ਜੋ ਜੀਵਤ ਮ੍ਰਿਤਕ ਹੋਏ, ਨਿਰਭੈ ਹੋਏ ਕੈ ਗੁਣ ਰਵੈ, ਜਤ ਦੇਖੋ ਤਤ ਸੋਏ। ਹੁਣ ਕਬੀਰ ਜੀ ਕਹਿੰਦੇ ਨੇ ਕਿ ਸਾਰੇ ਲੋਕ ਇਸ ਦੁਨੀਆ ਦੇ ਵਿੱਚ ਸੜੇ ਹੋਏ ਕਾਨਿਆਂ ਵਰਗੇ ਨਹੀਂ, ਸਾਰੇ ਲੋਕ ਇੱਥੇ ਵਿਖਾਵੇ ਦੀ ਮਾਲਾ ਫੇਰਨ ਵਾਲੇ ਨਹੀਂ, ਸਾਰੇ ਲੋਕ ਇੱਥੇ ਜਾਤੀਵਾਦ ਨੂੰ ਮੰਨਣ ਵਾਲੇ ਨਹੀਂ ਹਨ, ਕੁਝ ਲੋਕ ਚੰਗੇ ਵੀ ਨੇ। ਕਬੀਰ ਐਸਾ ਏਕ ਆਦ, ਏਕ ਆਦ ਦਾ ਮਤਲਬ ਇੱਕ ਅੱਧਾ, ਇਹ ਆਮ ਕਹਾਵਤ ਹੈ ਨਾ, ਆਮ ਮੁਹਾਵਰਾ ਹੈ। ਇੱਕ ਅੱਧੇ ਦਾ ਮਤਲਬ ਕੋਈ ਵਿਰਲਾ, ਏਕ ਆਦ ਦਾ ਮਤਲਬ ਇੱਕ ਅੱਧਾ, ਵਿਰਲਾ। ਇੱਥੇ ਏਕ ਆਦ ਦਾ ਮਤਲਬ ਇਹ ਨਹੀਂ ਕਿ ਇੱਕ ਤੇ ਅੱਧਾ ਮਤਲਬ ਡੇਢ ਨਹੀਂ, ਏਕ ਆਦ ਦਾ ਮਤਲਬ ਵਿਰਲੇ ਦਾ ਮਤਲਬ ਹੈ। ਏਕ ਆਦ ਕੋਈ ਵਿਰਲਾ ਹੈ ਜੋ ਜੀਵਤ ਮ੍ਰਿਤਕ ਹੋਏ, ਜਿਹੜਾ ਜਿਉਂਦਾ ਹੀ ਮੁਰਦਾ ਹੋਇਆ ਹੋਇਆ ਹੈ। ਹੁਣ ਜੀਵਤ ਮ੍ਰਿਤਕ ਦਾ ਮਤਲਬ ਹੈ ਦੁਨੀਆ ਵੱਲੋਂ ਬੇਪਰਵਾਹ ਹੋ ਜਾਣਾ, ਵਿਕਾਰਾਂ ਦਾ ਤਿਆਗ ਕਰ ਦੇਣਾ, ਆਪਣੀ ਮੱਤ ਨੂੰ ਛੱਡ ਕੇ, ਚਲਾਕੀਆਂ ਨੂੰ ਛੱਡ ਕੇ ਰੱਬੀ ਰਜਾ ਦੇ ਅੰਦਰ ਜ਼ਿੰਦਗੀ ਜੀਣੀ। ਇਹਨੂੰ ਕਹਿੰਦੇ ਨੇ ਜੀਵਤ ਮ੍ਰਿਤਕ। ਕਿਉਂਕਿ ਮ੍ਰਿਤਕ ਬੰਦੇ ਦੀਆਂ ਕੋਈ ਆਸਾਵਾਂ ਨਹੀਂ ਹੁੰਦੀਆਂ, ਮੋਈ ਹੋਈ ਲਾਸ਼ ਦਾ ਕੋਈ ਸੱਜਣ ਨਹੀਂ, ਕੋਈ ਦੁਸ਼ਮਣ ਨਹੀਂ, ਉਹਦੀਆਂ ਕੋਈ ਆਸਾਵਾਂ ਨਹੀਂ। ਜੀਵਤ ਮ੍ਰਿਤਕ ਦਾ ਮਤਲਬ ਹੈ ਆਪਣੀ ਈਗੋ ਨੂੰ,
ਆਪਣੇ ਹੰਕਾਰ ਨੂੰ ਖਤਮ ਕਰਕੇ, ਆਪਣੀ ਮੱਤ ਨੂੰ ਛੱਡ ਕੇ, ਅਵਗੁਣਾਂ ਨੂੰ ਛੱਡ ਕੇ ਗੁਣਾਂ ਦੇ ਧਾਰਨੀ ਹੋਣਾ, ਔਰ ਇਸ ਜਗਤ ਦੇ ਅੰਦਰ ਨਿਰਲੇਪ ਹੋਣਾ। ਜਿਵੇਂ ਪਾਣੀ ਵਿੱਚ ਮੁਰਗਾਬੀ ਰਹਿੰਦੀ ਹੈ, ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਰਹਿੰਦਾ ਹੈ, ਐਵੇਂ ਉਹ ਵਿਕਾਰਾਂ ਤੋਂ ਰਹਿਤ ਜ਼ਿੰਦਗੀ ਜੀ ਰਿਹਾ ਹੈ। ਹੰਕਾਰ ਤੋਂ ਰਹਿਤ ਹੈ, ਨਾ ਉਹਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਹੈ, ਨਾ ਉਸ ਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਹੈ। ਉਹ ਮਨ ਬਚਨ ਕਰਮ ਕਰਕੇ ਸੱਚਾ ਹੈ। ਇਹੋ ਜਿਹੇ ਵਿਰਲੇ ਇਨਸਾਨ ਨੇ ਜਿਹੜੇ ਦੁਨੀਆ ਦੇ ਸੁੱਖਾਂ ਔਰ ਦੁੱਖਾਂ ਵੱਲੋਂ ਬੇਪਰਵਾਹ ਹੋ ਕੇ ਸੱਚ ਦੇ ਨਾਲ ਜੁੜੇ ਹੋਏ ਨੇ। ਆਮ ਜੋ ਬੰਦਾ ਹੈ, ਜੇ ਉਹਨੂੰ ਸੁੱਖ ਮਿਲੇ ਨਾ, ਝੂਠ ਬੋਲ ਕੇ ਬੰਦਾ ਝੂਠ ਬੋਲ ਦਿੰਦਾ ਹੈ। ਜੇ ਉਹਨੂੰ ਸੁੱਖ ਮਿਲੇ, ਕੋਈ ਪ੍ਰਾਪਤੀ ਹੋਵੇ, ਸੱਚ ਬੋਲ ਕੇ ਬੰਦਾ ਸੱਚ ਬੋਲ ਦਿੰਦਾ ਹੈ। ਯਾਨੀ ਉਹਦਾ ਆਪਣਾ ਸਵਾਰਥ ਪੂਰਾ ਹੋਣਾ ਚਾਹੀਦਾ ਹੈ। ਜੇ ਕਿਸੇ ਦਾ ਨੁਕਸਾਨ ਕਰਕੇ ਲਾਭ ਮਿਲ ਰਿਹਾ, ਬੰਦਾ ਕਿਸੇ ਦਾ ਨੁਕਸਾਨ ਕਰ ਦਿੰਦਾ ਹੈ। ਤੇ ਜੇ ਕਿਸੇ ਦੀ ਹੈਲਪ ਕਰਕੇ ਸੁੱਖ ਮਿਲਦਾ ਹੈ ਤਾਂ ਹੈਲਪ ਕਰ ਦਿੰਦਾ ਹੈ। ਉਹਦੀ ਹੈਲਪ ਔਰ ਦੋਵੇਂ ਹੀ ਚੀਜ਼ਾਂ ਬਰਾਬਰ ਹੀ ਨੇ, ਕਿਉਂਕਿ ਉਹਦਾ ਆਪਣਾ ਸਵਾਰਥ ਹੈ। ਤਾਂ ਕਬੀਰ ਜੀ ਕਹਿੰਦੇ ਨੇ, ਨਿਰਭੈ ਹੋਏ ਕੈ ਗੁਣ ਰਵੈ। ਵਿਰਲੇ ਲੋਕ ਨੇ ਐਸੇ ਜਿਹੜੇ ਨਿਡਰ ਹੋ ਕੇ ਰੱਬੀ ਗੁਣਾਂ ਨੂੰ ਮਾਣਦੇ ਨੇ, ਰੱਬੀ ਗੁਣਾਂ ਦੀ ਗੱਲ ਕਰਦੇ ਨੇ। ਉਹਨਾਂ ਨੂੰ ਕੋਈ ਡਰ ਨਹੀਂ ਹੈ ਕਿ ਸੁੱਖ ਆਏਗਾ ਜਾਂ ਦੁੱਖ ਆਏਗਾ। ਜਦ ਵੇਖੋ ਤਤ ਸੋਏ, ਕਬੀਰ ਜੀ ਕਹਿੰਦੇ ਨੇ, ਮੈਂ ਵੇਖਦਾ ਹਾਂ, ਜਿੱਧਰ ਵੇਖਦਾ ਹਾਂ ਉਧਰ ਹੀ ਰੱਬ ਮੌਜੂਦ ਹੈ। ਜਿੱਧਰ ਵੇਖਣਾ ਉਧਰ ਮੌਜੂਦ ਹੈ। ਤੇ ਵਿਰਲੇ ਐਸੇ ਲੋਕ ਨੇ ਜੋ ਨਿਰਭੈ ਹੋ ਕੇ ਉਸ ਰੱਬ ਦੇ ਗੁਣਾਂ ਦੇ ਧਾਰਨੀ ਨੇ, ਔਰ ਇਸ ਗੱਲ ਤੋਂ ਬੇਖੌਫ ਨੇ ਕਿ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਸੁੱਖ ਆਏਗਾ ਜਾਂ ਦੁੱਖ ਆਏਗਾ। ਉਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ, ਉਹ ਸੱਚ ਦੇ ਧਾਰਨੀ ਨੇ। ਔਰ ਹਕੀਕਤ ਹੈ, ਜਦੋਂ ਆਪ ਸਿੱਖ ਇਤਿਹਾਸ ਨੂੰ ਪੜ੍ਹੋਗੇ ਤਾਂ ਕਿਤਨੇ ਸਾਰੇ ਐਸੇ ਗੁਰਮੁਖ ਪਿਆਰੇ ਬੱਚੀਆਂ, ਬੱਚੇ, ਬਜ਼ੁਰਗ ਆਪ ਨੂੰ ਮਿਲਣਗੇ ਜਿਨ੍ਹਾਂ ਨੇ ਇਸ ਨਿਰਭੈਤਾ ਦੇ ਪ੍ਰਤੱਖ ਪ੍ਰਮਾਣ ਦਿੱਤਾ ਹੈ। ਅਰਦਾਸ ਦੇ ਅੰਦਰ ਜਦੋਂ ਅਸੀਂ ਰੋਜ਼ ਇਹ ਸ਼ਬਦਾਵਲੀ ਦੁਹਰਾਉਂਦੇ ਆ ਨਾ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਧਰਮਹੇ ਸ਼ੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਇਹ ਸਾਰੇ ਉਹ ਲੋਕ ਨੇ ਜੋ ਨਿਰਭੈ ਨੇ, ਜਿਨ੍ਹਾਂ ਨੂੰ ਇਸ ਗੱਲ ਦਾ ਡਰ ਨਹੀਂ ਹੈ ਕਿ ਸੱਚ ਬੋਲਣ ਦੇ ਨਾਲ ਮੌਤ ਹੋ ਜਾਏਗੀ। ਜਿਹੜੇ ਮੌਤ ਤੋਂ ਡਰੇ ਨੇ ਉਹ ਸੱਚ ਨਹੀਂ ਬੋਲ ਪਾਏ। ਜਿਨ੍ਹਾਂ ਨੇ ਇਸ ਗੱਲ ਦਾ ਡਰ ਰੱਖਿਆ ਹੈ ਕਿ ਮੇਰੇ ਸੁੱਖ ਚਲੇ ਜਾਣਗੇ, ਉਹ ਸੱਚ ਨਹੀਂ ਬੋਲ ਪਾਣਗੇ। ਇਸ ਲਈ ਨਿਰਭੈਤਾ ਅਤਿਅੰਤ ਜ਼ਰੂਰੀ ਹੈ। ਔਰ ਗੁਰੂ ਸਾਹਿਬ ਨੇ ਤਾਂ ਪਾਵਨ ਬਾਣੀ ਦੇ ਅੰਦਰ ਗਿਆਨੀ ਪੁਰਸ਼ ਦੇ ਲਕਸ਼ਣ ਹੀ ਇਹ ਦੱਸੇ ਨੇ, ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਯਾਨੀ ਜਿਹੜਾ ਨਾ ਡਰਦਾ ਹੈ, ਨਾ ਡਰਾਂਦਾ ਹੈ, ਨਾ ਜ਼ੁਲਮ ਕਰਦਾ ਹੈ, ਨਾ ਜ਼ੁਲਮ ਸਹਾਰਦਾ ਹੈ, ਸਗੋਂ ਆਪ ਵੀ ਚੰਗੀ ਜ਼ਿੰਦਗੀ ਜੀਂਦਾ ਹੈ, ਦੂਜਿਆਂ ਨੂੰ ਵੀ ਚੰਗੀ ਜ਼ਿੰਦਗੀ ਜੀਣ ਦੀ ਪ੍ਰੇਰਨਾ ਦਿੰਦਾ ਔਰ ਹੈਲਪ ਕਰਦਾ ਹੈ। ਗੁਰੂ ਜੀ ਨੇ ਪ੍ਰਭੂ ਗੁਣ ਹੈ ਉਹ ਵੀ ਨਿਰਭੈ ਹੀ ਰੱਖਿਆ ਹੈ ਕਿ ਪ੍ਰਭੂ ਨਿਰਭਉ ਹੈ, ਪ੍ਰਭੂ ਨਿਰਵੈਰ ਹੈ। ਇਸ ਲਈ ਰੱਬ ਦਰ ਮਿਲਣ ਵਾਸਤੇ ਨਿਰਭਉ ਔਰ ਨਿਰਵੈਰ ਹੋਣਾ ਪਵੇਗਾ। ਇਸ ਲਈ ਕਬੀਰ ਜੀ ਹੁਣ ਸਾਨੂੰ ਦੇਖੋ ਦੋ ਤਿੰਨ ਗੱਲਾਂ ਸਾਡੀ ਸਮਝ ਵਿੱਚ ਆਉਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲੀ ਕਿ ਉਹਨੂੰ ਇਹ ਗੱਲ ਡਰ ਨਹੀਂ ਹੈ ਕਿ ਮੈਨੂੰ ਜੇ ਮਾਲਾ ਨਹੀਂ ਫਿਰਾਂਗਾ ਤੇ ਲੋਕ ਕੀ ਕਹਿਣਗੇ। ਕਬੀਰ ਜੀ ਨੇ ਇਸ ਚੀਜ਼ ਦੀ ਪਰਵਾਹ ਕੀਤੀ ਹੈ। ਜਾਤੀਵਾਦ ਦਾ ਖੰਡਨ ਕਰ ਰਹੇ ਨੇ, ਇਸ ਚੀਜ਼ ਦੀ ਉਹ ਪਰਵਾਹ ਨਹੀਂ ਕਰ ਰਹੇ। ਤਾਂ ਨਿਰਭੈਤਾ ਦੀ ਜ਼ਰੂਰਤ ਹੈ, ਗੁਣਾਂ ਦੇ ਧਾਰਨੀ ਹੋਣ ਦੀ ਜ਼ਰੂਰਤ ਹੈ, ਸੱਚ ਦੇ ਰਾਹਾਂ ਤੇ ਤੁਰਨ ਦੀ ਜ਼ਰੂਰਤ ਹੈ। ਤਾਂ ਹੀ ਸਾਡਾ ਆਪਣਾ ਜੀਵਨ, ਪਰਿਵਾਰਕ ਜੀਵਨ ਔਰ ਇਹ ਸੰਸਾਰ ਔਰ ਸਮਾਜ ਸੁਖੀ ਔਰ ਸ਼ਾਂਤ ਰਹੇਗਾ। ਵਿਰਲੇ ਲੋਕ ਇਸ ਦੁਨੀਆ ਵਿੱਚ ਮੌਜੂਦ ਨੇ ਜੋ ਬੇਪਰਵਾਹੀ ਦੇ ਨਾਲ ਰੱਬੀ ਗੁਣਾਂ ਦੇ ਧਾਰਨੀ ਨੇ। ਤਾਂ ਇਥੋਂ ਸਾਨੂੰ ਕੀ ਪ੍ਰੇਰਨਾ ਮਿਲੀ ਹੈ? ਅਸੀਂ ਵੀ ਬੇਪਰਵਾਹ ਹੋ ਕੇ ਸੱਚ ਦੇ ਧਾਰਨੀ ਹੋਣਾ ਹੈ। ਆਮ ਜ਼ਿੰਦਗੀ ਵਿੱਚ ਕੀ ਹੁੰਦਾ ਇਹ ਹੈ ਨਾ ਵੀ ਤੁਸੀਂ ਯਾਰ ਵਿਆਹ ਸ਼ਾਦੀ ਦੇ ਵਿੱਚ ਮਨਮਤ ਇੰਨੀਆਂ ਦਾਜ ਦਹੇਜ ਜਾਂ ਦੂਜਾ ਕੁਛ, ਤਾਂ ਅਸੀਂ ਕਹਿੰਦੇ ਆ ਪਤਾ ਤੇ ਭਾਜੀ ਸਾਨੂੰ ਹੈ, ਪਰ ਸਾਡੇ ਮਾਮੇ ਨਹੀਂ ਖੁਸ਼, ਸਾਡੀ ਮਾਸੀ ਨੇ ਨਾਰਾਜ਼ ਹੋ ਜਾਣਾ, ਭੂਆ ਨਹੀਂ ਸੀ ਮੰਨਦੀ, ਤਾਇਆ ਨਹੀਂ ਸੀ ਮੰਨਦਾ, ਸਮਾਜ ਨਹੀਂ ਇਸ ਗੱਲ ਨੂੰ ਪ੍ਰਵਾਨ ਕਰਦਾ। ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਕਰਕੇ ਸੱਚ ਤੋਂ ਜਾਂ ਗੁਰਮਤ ਤੋਂ ਟੁੱਟ ਜਾਂਦੇ ਹਾਂ। ਚਾਹੀਦਾ ਤੇ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਸੱਚ ਨੂੰ ਲੈ ਕੇ ਚੱਲੀਏ, ਕਿਸੇ ਦੀ ਜ਼ਿੰਦਗੀ ਵਿੱਚ ਇੰਟਰਫੇਅਰ ਨਾ ਕਰੀਏ, ਲੇਕਿਨ ਆਪਣੀ ਜ਼ਿੰਦਗੀ ਨੂੰ ਤਾਂ ਸੱਚ ਦੇ ਆਸ਼ੇ ਅਨੁਸਾਰ ਜੀਵੀਏ ਨਾ। ਇਸ ਲਈ ਜਿਹੜੇ ਇਹਨਾਂ ਚੀਜ਼ਾਂ ਤੋਂ ਬੇਪਰਵਾਹ ਹੋ ਜਾਂਦੇ ਨੇ ਉਹੀ ਸੱਚ ਦੇ ਰਾਹਾਂ ਦੇ ਉੱਤੇ ਤੁਰਦੇ ਨੇ।
ਤੇ ਜੇ ਇਹਨਾਂ ਚੀਜ਼ਾਂ ਦੀ ਬੰਦਾ ਪਰਵਾਹ ਕਰਦਾ ਰਹੇ ਤਾਂ ਫਿਰ ਸੱਚ ਦੇ ਨਾਲ ਕਦੇ ਵੀ ਨਹੀਂ ਜੁੜ ਪਾਏਗਾ। ਇਸ ਲਈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਠਾਰ। ਇਹਦਾ ਮਤਲਬ ਇਹ ਵੀ ਨਹੀਂ ਕਿ ਸਮਾਜ ਦੀਆਂ ਜ਼ਿੰਮੇਵਾਰੀਆਂ ਤੋਂ ਐਸਾ ਬੰਦਾ ਭੱਜੇਗਾ ਨਾ। ਐਸਾ ਬੰਦਾ ਸੱਚ ਦੇ ਰਾਹਾਂ ਦੇ ਉੱਤੇ ਤੁਰਦਾ ਹੋਇਆ ਆਪਣੀ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰੇਗਾ ਔਰ ਸੰਸਾਰ ਦੇ ਅੰਦਰ ਸੁਖ ਸ਼ਾਂਤੀ ਲਿਆਏਗਾ। ਅਗਲਾ ਬਚਨ ਕਰਦੇ ਨੇ, ਕਬੀਰ ਜਾ ਦਿਨ ਹੋਂ ਮੂਆ ਪਾਛੇ ਭਇਆ ਆਨੰਦ। ਹੋਂ ਦਾ ਮਤਲਬ ਮੈਂ ਵੀ ਹੁੰਦਾ ਹੈ, ਲੇਕਿਨ ਇੱਥੇ ਹੋਂ ਦਾ ਮਤਲਬ ਹੈ ਹੰਕਾਰ। ਆਮ ਕਰਕੇ ਇਹਦਾ ਅਰਥ ਕਰ ਲਿਆ ਜਾਂਦਾ ਹੈ ਕਿ ਜਦੋਂ ਮੈਂ ਮਰਾਂਗਾ ਤਾਂ ਮੇਰੇ ਮਰਨ ਤੋਂ ਬਾਅਦ ਆਨੰਦ ਹੋਏਗਾ, ਯਾਨੀ ਸਰੀਰ ਤਿਆਗਣ ਤੋਂ ਬਾਅਦ। ਇੱਥੇ ਗੱਲ ਸਰੀਰ ਦੇ ਮਰਨ ਦੀ ਨਹੀਂ ਹੈ, ਇੱਥੇ ਹੋਂ ਦੇ ਮਰਨ ਦੀ ਗੱਲ ਹੈ। ਕਬੀਰ ਜਾਂ ਦਿਨ ਹੋਂ ਮੂਆ, ਕਿ ਜਿਸ ਦਿਨ ਰੱਬੀ ਗੁਣ ਗਾ ਗਾ ਕੇ ਨਾ ਨਿਰਭੈ ਹੋਏ ਕੇ ਗੁਣ ਰਵੇ, ਜਦ ਦੇਖੋ ਤਤ ਸੋਏ। ਹੁਣ ਨਿਰਭੈਤਾ ਦੇ ਨਾਲ ਜਿਹਨੇ ਗੁਣ ਗਾਏ ਨੇ ਨਾ, ਸਲੋਕਾਂ ਦੀ ਲੜੀ ਚੱਲ ਰਹੀ ਹੈ ਨਾ, ਜਿੱਧਰ ਵੇਖਦਾ ਹੈ ਉਧਰ ਫਿਰ ਰੱਬ ਵੀ ਦਿਸਦਾ ਹੈ। ਤਾਂ ਰੱਬੀ ਗੁਣ ਗਾ ਗਾ ਕੇ ਹੋਂ ਮੂਆ, ਜਿਸ ਦਿਨ ਮੈਂ ਵਾਲਾ ਸੁਭਾਅ ਅੰਦਰੋਂ ਮਰ ਗਿਆ, ਹੰਕਾਰ ਮਰ ਗਿਆ, ਹਉਮੈ ਮਰ ਗਈ, ਇਨਫੀਰੀਓਰਿਟੀ ਕੰਪਲੈਕਸ ਖਤਮ ਹੋ ਗਿਆ, ਸੁਪਰੀਓਰਿਟੀ ਕੰਪਲੈਕਸ ਖਤਮ ਹੋ ਗਿਆ। ਪਾਛੇ ਪਿਆ ਆਨੰਦ। ਪਾਛੇ ਦਾ ਮਤਲਬ ਹੋਣ ਦੇ ਮਰਨ ਤੋਂ ਬਾਅਦ, ਹਉਮੈ ਖਤਮ ਹੋਣ ਤੋਂ ਬਾਅਦ ਫਿਰ ਕੀ ਹੋਇਆ? ਆਨੰਦ ਪੈਦਾ ਹੋ ਗਿਆ। ਤੇ ਆਨੰਦ ਉਸ ਅਵਸਥਾ ਦਾ ਨਾਮ ਹੈ ਜਿੱਥੇ ਜਾ ਕੇ ਬੰਦੇ ਦੀ ਸੁਰਤ ਰੱਬ ਦੇ ਅੰਦਰ ਮਿਲ ਕੇ ਰੱਬ ਰੂਪ ਹੋ ਜਾਂਦੀ ਹੈ। ਆਨੰਦ ਮਨੁੱਖੀ ਮਨ ਦੀ ਉਸ ਸਟੇਜ ਦਾ ਨਾਮ ਹੈ ਜਿੱਥੇ ਅਗਿਆਨਤਾ ਖਤਮ ਹੋ ਜਾਂਦੀ ਹੈ, ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ ਨੇ, ਸੈਲਫਿਸ਼ਨੈਸ ਖਤਮ ਹੋ ਜਾਂਦੀ ਹੈ, ਅੰਦਰੋਂ ਬਾਹਰੋਂ ਇੱਕ ਬੰਦਾ ਹੋ ਜਾਂਦਾ ਹੈ। ਉਸ ਵਕਤ ਜੋ ਸੁੱਖ ਮਿਲਦਾ ਹੈ ਉਸ ਨੂੰ ਆਨੰਦ ਕਿਹਾ ਜਾਂਦਾ ਹੈ। ਜਿਵੇਂ ਇੱਕ ਬੂੰਦ ਸਾਗਰ ਵਿੱਚ ਮਿਲ ਕੇ ਸਾਗਰ ਹੁੰਦੀ ਹੈ, ਐਵੇਂ ਜਦੋਂ ਬੰਦੇ ਦੀ ਸੁਰਤ ਰੱਬ ਦੇ ਵਿੱਚ ਮਿਲ ਕੇ ਰੱਬ ਰੂਪ ਹੋ ਜਾਂਦਾ ਹੈ, ਜਦੋਂ ਇਹਦੀ ਸੀਮਤ ਸੋਚ, ਵਿਸ਼ਾਲ ਸੋਚ ਅੰਦਰ ਰਲ ਜਾਂਦੀ ਹੈ, ਉਦੋਂ ਜੋ ਖੁਸ਼ੀ ਮਿਲਦੀ ਹੈ ਉਹਨੂੰ ਕਹਿੰਦੇ ਨੇ ਆਨੰਦ। ਤੇ ਇਹ ਖੁਸ਼ੀ ਮਿਲੇਗੀ ਹੋਂ ਮਰਨ ਤੋਂ ਬਾਅਦ, ਮੈਂ ਔਰ ਮੇਰੀ ਮੁੱਕਣ ਤੋਂ ਬਾਅਦ। ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ ਖਤਮ ਹੋਣ ਤੋਂ ਬਾਅਦ ਸਵਾਭਿਮਾਨ ਪ੍ਰਗਟ ਹੋਏਗਾ, ਉਦੋਂ ਇਹ ਆਨੰਦ, ਇਹ ਖੁਸ਼ੀ ਮਿਲੇਗੀ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਹੇ ਭਾਈ, ਰੱਬੀ ਗੁਣ ਗਾ ਗਾ ਕੇ ਮੇਰੇ ਅੰਦਰੋਂ ਜਿਹੜਾ ਮੈਂ ਕਰਨ ਵਾਲਾ ਸੁਭਾਅ ਸੀ ਖਤਮ ਹੋ ਗਿਆ, ਉਦੋਂ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਆਨੰਦ ਪੈਦਾ ਹੋ ਗਿਆ। ਮੋਹ ਮਿਲਿਓ ਪ੍ਰਭ ਆਪਣਾ। ਇੱਥੇ ਆਪਣਾ ਨਹੀਂ ਪੜਨਾ, ਆਪਣਾ ਐੜੇ ਦੇ ਨਾਲ ਕਰਨਾ ਹੈ, ਖਿਆਲ ਰੱਖਣਾ ਹੈ। ਮੋਹ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਇੱਥੇ ਗੱਗੇ ਦੇ ਉੱਤੇ ਹੋੜਾ ਵੀ ਲੱਗਾ ਹੈ ਔਰ ਗੱਗੇ ਥਲੇ ਔਂਕੜ ਵੀ ਹੈ। ਅਸਲੀ ਸ਼ਬਦ ਹੈ ਗੋਬਿੰਦ, ਹੋੜੇ ਵਾਲਾ, ਲੇਕਿਨ ਇੱਥੇ ਪੜਨਾ ਹੈ ਔਂਕੜ ਸਹਿਤ ਗੋਬਿੰਦ, ਕਿਉਂਕਿ ਗੱਗੇ ਨਾਲ ਜੋ ਔਂਕੜ ਲਗਾਇਆ ਹੈ ਇਹ ਕਾਵ ਤੋਲ ਨੂੰ ਪੂਰਿਆ ਕਰਨ ਵਾਸਤੇ ਲਗਾਇਆ ਗਿਆ ਹੈ। ਤੇ ਜਿਹੜੀ ਮਾਤਰਾ ਕਾਵ ਤੋਲ ਨੂੰ ਪੂਰਿਆ ਕਰਨ ਲਈ ਲਗਾਈ ਜਾਂਦੀ ਹੈ, ਉਚਾਰਨ ਉਹਦਾ ਕਰਨਾ ਹੁੰਦਾ ਹੈ। ਹੁਣ ਇਹ ਹੋਂ ਖਤਮ ਹੋਈ, ਆਨੰਦ ਜ਼ਿੰਦਗੀ ਵਿੱਚ ਪੈਦਾ ਹੋਇਆ, ਤਾਂ ਕਬੀਰ ਜੀ ਕਹਿੰਦੇ ਨੇ ਮੋਹ ਮਿਲਿਓ ਪ੍ਰਭ ਆਪਣਾ। ਮੈਨੂੰ ਤੇ ਆਪਣਾ ਰੱਬ ਮਿਲ ਗਿਆ ਜਦੋਂ ਹਉਮੈ ਖਤਮ ਹੋਈ। ਅੱਗੇ ਚੱਲ ਕੇ ਆਪਾਂ ਵਿਚਾਰਾਂਗੇ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਕਿਉਂਕਿ ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਂ। ਹਉਮੈ ਤੇ ਨਾਮ ਇੱਕ ਥਾਂ ਤੇ ਵਸਦੇ ਹੀ ਨਹੀਂ। ਮੋਹ ਮਿਲਿਓ ਪ੍ਰਭ ਆਪਣਾ, ਮੈਨੂੰ ਆਪਣਾ ਰੱਬ ਮਿਲ ਗਿਆ। ਸੰਗੀ ਭਜੈ ਗੋਬਿੰਦ, ਇਹਨੂੰ ਭਜੈ ਬਿੰਦੀ ਲਾ ਕੇ ਪੜਾਂਗੇ ਭਜੈ, ਕਿਉਂਕਿ ਕਿਰਿਆਵਾਚੀ ਸ਼ਬਦ ਹੈ। ਤੇ ਕਿਰਿਆਵਾਚੀ ਸ਼ਬਦ ਦੇ ਹਾਹੇ ਨਾਲ ਜਦੋਂ ਸਿਹਾਰੀ ਹੋਵੇ ਉਦੋਂ ਉਹ ਬਹੁਵਚਨੀ ਸ਼ਬਦ ਹੁੰਦਾ ਹੈ। ਮੈਨੂੰ ਆਪਣਾ ਰੱਬ ਮਿਲ ਗਿਆ ਤੇ ਮੇਰੇ ਜੋ ਸੰਗੀ ਸਾਥੀ ਨੇ ਉਹ ਰੱਬ ਦੇ ਗੁਣ ਗਾਣ ਲੱਗ ਗਏ। ਹੁਣ ਸੰਗੀ ਸਾਥੀ ਕੌਣ ਨੇ? ਗਿਆਨ ਇੰਦਰੀ, ਅੱਖਾਂ, ਨੱਕ, ਕੰਨ, ਜ਼ਬਾਨ, ਹੱਥ, ਪੈਰ, ਜਿੰਨੇ ਵੀ ਮੇਰੇ ਗਿਆਨ ਇੰਦਰੀ ਨੇ ਇਹ ਰੱਬੀ ਗੁਣ ਗਾਣ ਲੱਗ ਪਏ। ਪਹਿਲਾਂ ਮੇਰੀਆਂ ਅੱਖਾਂ ਵਿੱਚ ਈਰਖਾ ਹੁੰਦੀ ਸੀ, ਪਹਿਲਾਂ ਮੇਰੀਆਂ ਅੱਖਾਂ ਮਾੜਾ ਵੇਖਦੀਆਂ ਸਨ ਕਿਸੇ ਧੀ ਭੈਣ ਵੱਲ ਜਾਂ ਪਰਾਏ ਤਨ ਵੱਲ ਜਾਂ ਧਨ ਵੱਲ, ਲੇਕਿਨ ਹੁਣ ਮੇਰੀਆਂ ਅੱਖਾਂ ਦੇ ਵਿੱਚੋਂ ਕੇਵਲ ਮੈਨੂੰ ਇੱਕ ਰੱਬ ਦੀ ਜੋਤ ਨਜ਼ਰੀ ਪੈਂਦੀ ਹੈ। ਪਹਿਲਾਂ ਮੇਰੇ ਕੰਨ ਵਿਕਾਰਾਂ ਵਾਲੇ ਬੋਲ, ਚੁਗਲੀ, ਨਿੰਦਾ, ਕਿਸੇ ਦੀ ਬਦਖੋਈ ਸੁਣਦੇ ਸਨ, ਪਰ ਹੁਣ ਮੇਰੇ ਕੰਨ ਸੱਚ ਸੁਣਦੇ ਨੇ। ਪਹਿਲਾਂ ਮੇਰੀ ਜ਼ਬਾਨ ਕੌੜਾ ਬੋਲਦੀ ਸੀ, ਕਿਸੇ ਦੀ ਬਦਖੋਈ ਕਰਦੀ ਸੀ,
ਕਿਸੇ ਦੀ ਚਾਪਲੂਸੀ ਕਰਦੀ ਸੀ, ਪਰ ਅੱਜ ਮੇਰੀ ਜ਼ਬਾਨ ਸੱਚੇ ਔਰ ਪਿਆਰੇ ਬੋਲ ਬੋਲਦੀ ਹੈ। ਪਹਿਲਾਂ ਇਹਨਾਂ ਹੱਥਾਂ ਨਾਲ ਮੈਂ ਨਸ਼ੇ ਵਰਤ ਲੈਂਦਾ ਸਾਂ, ਬੇਗਾਨੇ ਹੱਕ ਖਾਂਦਾ ਸਾਂ, ਲੇਕਿਨ ਹੁਣ ਮੇਰੇ ਹੱਥ ਬੇਗਾਨੇ ਹੱਕ ਵੱਲ ਨਹੀਂ ਵੱਧਦੇ, ਸੱਚੀ ਸੁੱਚੀ ਕਿਰਤ ਕਰਦੇ, ਕਿਸੇ ਦਾ ਸਹਿਯੋਗ ਕਰਦੇ ਨੇ। ਪਹਿਲਾਂ ਪੈਰਾਂ ਨਾਲ ਚੱਲ ਕੇ ਮੈਂ ਵਿਕਾਰਾਂ ਵਾਲੇ ਰਾਹਾਂ ਤੇ ਜਾਂਦਾ ਸਾਂ, ਲੇਕਿਨ ਹੁਣ ਮੇਰੇ ਪੈਰ ਚਰਨ ਚਲੋ ਮਾਰਗ ਗੋਬਿੰਦ ਦੇ ਧਾਰਨੀ ਨੇ। ਪਹਿਲਾਂ ਮੇਰੀ ਸੋਚ ਦੇ ਅੰਦਰ ਈਰਖਾ ਸੀ, ਵੈਰ ਵਿਰੋਧ ਸੀ, ਲੇਕਿਨ ਹੁਣ ਮੇਰੀ ਸੋਚ ਦੇ ਅੰਦਰ ਸੱਚ ਹੈ। ਕਹਿੰਦੇ ਨੇ ਮੈਨੂੰ ਆਪਣਾ ਰੱਬ ਮਿਲ ਗਿਆ, ਮੈਂ ਰੱਬ ਦੇ ਵਿੱਚ ਲੀਨ ਹੋ ਗਿਆ। ਤੇ ਉਹਦੀ ਨਿਸ਼ਾਨੀ ਕੀ ਹੈ ਕਿ ਮੇਰੇ ਜੋ ਗਿਆਨ ਇੰਦਰੇ ਨੇ ਇਹ ਗੋਬਿੰਦ ਦੇ ਗੁਣ ਗਾ ਰਹੇ ਨੇ। ਦੇਖੋ ਕਿੰਨਾ ਸੌਖਾ ਕੰਮ, ਔਰ ਇਹਦਾ ਰਿਜ਼ਲਟ ਕਿੰਨਾ ਵੱਡਾ ਹੈ ਕਿ ਗੁਣ ਕਹੇ ਗੁਣੀ ਸਮਾਵਣਿਆ, ਗੁਣ ਗਾਉਂਦਾ ਗਾਉਂਦਾ ਬੰਦਾ ਗੁਣੀ ਪ੍ਰਭੂ ਦੇ ਅੰਦਰ ਸਮਾ ਕੇ ਉਸ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਅਗਲਾ ਬਚਨ ਕਰਦੇ ਨੇ ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਕਬੀਰ ਤੇ ਥੋੜਾ ਜਿਹਾ ਵਿਸ਼ਰਾਮ ਲਗਾਵਾਂਗੇ। ਕਬੀਰ, ਸਭ ਤੇ ਹਮ ਬੁਰੇ। ਇਸ ਦਾ ਅਖਰੀ ਅੱਖਰ ਤਾਂ ਵਿਦਵਾਨ ਪੁਰਸ਼ਾਂ ਨੇ ਇਹੀ ਕੀਤਾ ਹੈ ਕਿ ਸਾਰਿਆਂ ਤੋਂ ਮੈਂ ਬੁਰਾ ਹਾਂ, ਮੈਨੂੰ ਛੱਡ ਕੇ ਸਾਰੇ ਹੀ ਚੰਗੇ ਨੇ। ਜਿਹਨੇ ਇਹੋ ਜਿਹਾ ਕਰਕੇ ਜਾਣਿਆ ਹੈ, ਮੇਰਾ ਮਿੱਤਰ ਉਹ ਹੈ। ਪਰ ਇੱਥੇ ਥੋੜੀ ਜਿਹੀ ਵਿਚਾਰ ਵਾਲੀ ਗੱਲ ਹੈ। ਸਪੋਜ਼ ਜਿਵੇਂ ਅਖਰੀ ਅਰਥ ਅਸੀਂ ਕੀਤੇ ਨੇ, ਮੈਂ ਇਹ ਸਮਝ ਲਵਾਂ ਕਿ ਮੈਂ ਬੁਰਾ ਹਾਂ ਤੇ ਮੇਰੇ ਤੋਂ ਬਿਨਾਂ ਸਾਰੀ ਦੁਨੀਆ ਭਲੀ ਹੈ। ਸਪੋਜ਼ ਸ਼ਬਦ ਨੂੰ ਲੈ ਕੇ ਸਮਝਣਾ, ਸਪੋਜ਼ ਮੈਂ ਮੰਨ ਲਵਾਂ ਕਿ ਮੈਂ ਬੁਰਾ ਹਾਂ, ਬਾਕੀ ਸਾਰੀ ਦੁਨੀਆ ਭਲੀ ਹੈ, ਤਾਂ ਕਿ ਇੰਨਾ ਕਹਿਣ ਦੇ ਨਾਲ ਬਾਕੀ ਸਾਰੀ ਦੁਨੀਆ ਭਲੀ ਹੋ ਜਾਏਗੀ। ਮੈਂ ਤੇ ਬੁਰਾ ਮੰਨ ਲਿਆ ਆਪਣੇ ਆਪ ਨੂੰ, ਪਰ ਕੀ ਮੇਰੇ ਆਪਣੇ ਆਪ ਨੂੰ ਬੁਰਾ ਮੰਨਣ ਨਾਲ ਸਾਰੀ ਦੁਨੀਆ ਭਲੀ ਹੋ ਜਾਏਗੀ? ਜੋ ਨਸ਼ੇ ਵਾਲੇ ਨੇ ਉਹ ਨਸ਼ੇ ਛੱਡ ਦੇਣਗੇ, ਕਿ ਚੋਰੀਆਂ ਕਰਨ ਵਾਲੇ ਚੋਰੀਆਂ ਛੱਡ ਦੇਣਗੇ, ਬਾਕੀ ਰਿਸ਼ਵਤਖੋਰੀ ਚੋਰ ਬਾਜ਼ਾਰੀ ਖਤਮ ਹੋ ਜਾਏਗੀ? ਨਹੀਂ ਹੋਏਗੀ ਨਾ। ਤਾਂ ਇੱਥੇ ਹਮ ਨੂੰ ਲੈਣਾ ਹੈ, ਹਮ ਬੁਰੇ। ਹਮ ਦਾ ਮਤਲਬ ਮੈਂ ਮੇਰੀ ਵਾਲਾ ਜਿਹੜਾ ਸੁਭਾਅ ਹੈ, ਹੰਗਤਾ ਔਰ ਮਮਤਾ, ਜਿਸ ਦੇ ਅੰਦਰ ਮੈਂ ਮੇਰੀ ਹੈ ਨਾ, ਇਹ ਮੈਂ ਔਰ ਮੇਰੀ ਸਾਰਿਆਂ ਤੋਂ ਬੁਰੇ ਨੇ। ਮੈਂ ਕਰੀ ਜਾਣਾ, ਜਿੱਥੇ ਮੈਂ ਹੈ ਉੱਥੇ ਤੂੰ ਰਹਿ ਗਈ ਨਹੀਂ ਨਾ। ਇਨਫੀਰੀਅਰਿਟੀ ਕੰਪਲੈਕਸ ਔਰ ਸੁਪੀਰੀਅਰਿਟੀ ਕੰਪਲੈਕਸ, ਇਹ ਦੋਵੇਂ ਹੀ ਬੁਰੇ ਨੇ। ਇਹ ਆਪਾਂ ਵਿਚਾਰ ਪਹਿਲਾਂ ਕਈ ਵਾਰ ਕਰ ਚੁੱਕੇ ਹਾਂ ਕਿ ਇੱਕ ਬੰਦੇ ਦੇ ਅੰਦਰ ਤੇ ਐਸੀਆਂ ਭਾਵਨਾਵਾਂ ਨੇ ਕਿ ਮੇਰੇ ਤੋਂ ਕੁਝ ਹੋਣਾ ਹੀ ਨਹੀਂ, ਮੇਰੀ ਤੇ ਯਾਦਦਾਸ਼ਤ ਨਹੀਂ ਠੀਕ, ਮੈਨੂੰ ਤੇ ਸਮਾਂ ਨਹੀਂ ਮਿਲਿਆ, ਮੇਰਾ ਤੇ ਮੌਕਾ ਨਿਕਲ ਗਿਆ ਹੈ, ਹੁਣ ਤੇ ਮੈਂ ਬੁੱਢਾ ਹੋ ਗਿਆ ਹਾਂ, ਮੈਨੂੰ ਤੇ ਘਰ ਵਾਲੇ ਵੀ ਨਹੀਂ ਚੰਗਾ ਸਮਝਦੇ, ਬਾਹਰ ਵਾਲੇ ਵੀ ਨਹੀਂ ਚੰਗਾ ਸਮਝਦੇ, ਮੈਨੂੰ ਤੇ ਰੱਬ ਚੁੱਕ ਹੀ ਲਵੇ ਤੇ ਠੀਕ ਹੈ। ਕਿੰਨੀ ਬੁਰੀ ਗੱਲ ਹੈ ਨਾ ਇਹ ਇਨਫੀਰੀਅਰਿਟੀ ਕੰਪਲੈਕਸ। ਇਹਦੇ ਕਰਕੇ ਬੰਦਾ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਐਸੀਆਂ ਵਿਚਾਰਾਂ ਚੰਗੀਆਂ ਨਹੀਂ ਹਨ, ਮਾੜੀਆਂ ਨੇ। ਤੇ ਦੂਜੀ ਇਹ ਕਿ ਜੋ ਕੁਛ ਹੈ ਮੈਂ ਹੀ ਹਾਂ, ਸੁਪੀਰੀਅਰਿਟੀ ਕੰਪਲੈਕਸ, ਕਿ ਸਾਰਿਆਂ ਤੋਂ ਸਿਆਣਾ ਮੈਂ ਹੀ ਹਾਂ, ਮੇਰੇ ਤੋਂ ਬਿਨਾਂ ਸਾਰੇ ਹੀ ਮਾੜੇ ਨੇ, ਮੇਰੇ ਤੋਂ ਉੱਤੇ ਕੋਈ ਵੀ ਨਹੀਂ ਹੈ, ਜਿੱਥੇ ਕਿਤੇ ਮੈਂ ਹੀ ਪ੍ਰਧਾਨ ਹਾਂ, ਇਹ ਗੱਲ ਵੀ ਮਾੜੀ ਹੈ। ਔਰ ਮਮਤਾ ਕਿ ਹਰ ਚੀਜ਼ ਮੈਨੂੰ ਹੀ ਮਿਲੇ, ਸੈਲਫਿਸ਼ਨੈਸ, ਇਹ ਚੀਜ਼ਾਂ ਮਾੜੀਆਂ ਨੇ ਨਾ। ਇਸ ਲਈ ਕਬੀਰ ਜੀ ਕਹਿੰਦੇ ਨੇ ਹੰਗਤਾ ਔਰ ਮਮਤਾ ਜੋ ਇਹ ਵਿਕਾਰ ਨੇ, ਇਹ ਸਾਰਿਆਂ ਤੋਂ ਬੁਰੇ ਨੇ। ਔਰ ਜਿਨ੍ਹਾਂ ਦੇ ਅੰਦਰ ਇਹ ਵਿਕਾਰ ਆ ਜਾਂਦੇ ਨੇ ਉਹ ਸਾਰਿਆਂ ਤੋਂ ਬੁਰੇ ਇਨਸਾਨ ਹੀ ਹੋ ਜਾਂਦੇ ਨੇ। ਹਮ ਤਜ ਭਲੋ ਸਭ ਕੋਈ, ਜੇ ਇਸ ਹਮ ਨੂੰ, ਹੰਗਤਾ ਮਮਤਾ ਨੂੰ, ਹਉਮੈ ਨੂੰ ਛੱਡ ਦਿੱਤਾ ਜਾਏ, ਭਲੋ ਸਭ ਕੋਈ, ਤਾਂ ਸਾਰੇ ਹੀ ਚੰਗੇ ਨੇ, ਸਾਰੇ ਹੀ ਚੰਗੇ ਹੋ ਸਕਦੇ ਨੇ। ਪੋਸੀਬਿਲਿਟੀ ਹੈ। ਮੇਰੇ ਅੰਦਰ ਮੈਂ ਮੇਰੀ, ਇਹਨਾਂ ਚੀਜ਼ਾਂ ਨੇ ਮੈਨੂੰ ਬੁਰਾ ਬਣਾਇਆ ਹੋਇਆ ਹੈ। ਜਦੋਂ ਮੇਰੇ ਅੰਦਰ ਹੰਕਾਰ ਹੁੰਦਾ ਹੈ, ਜਦੋਂ ਮੈਂ ਤੁਰਦਾ, ਹਉਮੈ ਦਾ ਕੰਡਾ ਚੁਭਦਾ ਹੈ, ਮੇਰਾ ਸਵਾਰਥ ਮੈਨੂੰ ਲੋਕਾਂ ਦੇ ਖਿਲਾਫ ਕਰਦਾ ਹੈ, ਮੈਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦਾ, ਦੂਜਿਆਂ ਨੂੰ ਠੇਸ ਪਹੁੰਚਾਉਂਦਾ ਹਾਂ, ਤਾਂ ਇਹ ਗਲਤ ਹੈ ਨਾ। ਤੇ ਜੇ ਇਹਨਾਂ ਭਾਵਨਾਵਾਂ ਨੂੰ ਮੈਂ ਛੱਡ ਦੇਵਾਂ ਤੇ ਮੈਂ ਭਲਾ ਹੋ ਸਕਦਾ ਹਾਂ। ਇਸੇ ਤਰ੍ਹਾਂ ਸਾਰੀ ਦੁਨੀਆ ਜੇ ਇਹਨਾਂ ਭਾਵਨਾਵਾਂ ਨੂੰ ਛੱਡ ਦੇਵੇ ਤਾਂ ਸਾਰੀ ਦੁਨੀਆ ਭਲੀ ਹੋ ਸਕਦੀ ਹੈ, ਚੰਗੀ ਹੋ ਸਕਦੀ ਹੈ। ਇਹ ਪੋਸੀਬਿਲਿਟੀ ਹੈ। ਇਹ ਪੋਸੀਬਿਲਿਟੀ ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ। ਇਹ ਸੰਭਾਵਨਾ ਹਰ ਇਨਸਾਨ ਦੇ ਅੰਦਰ ਹੈ। ਤਾਂ ਦੇਖੋ ਕਿੰਨਾ ਸੌਖਾ ਸਾਧਨ ਕਬੀਰ ਜੀ ਇਸ ਸੰਸਾਰ ਨੂੰ ਚੰਗਾ ਬਣਾਉਣ ਦਾ ਦੇ ਰਹੇ ਨੇ। ਸ਼ੁਰੂਆਤ ਆਪਣੇ ਤੋਂ, ਕਿ ਮੇਰੇ ਅੰਦਰ ਜੋ ਹੰਗਤਾ ਮਮਤਾ ਹੈ ਇਹ ਬੁਰੀ ਹੈ, ਇਹਨੂੰ ਛੱਡ ਕੇ ਸਾਰੇ ਹੀ ਭਲੇ ਨੇ। ਤੇ ਜੇ ਮੈਂ ਇਹ ਹੰਗਤਾ ਮਮਤਾ ਨੂੰ ਛੱਡ ਦਿਆਂ, ਮੈਂ ਭਲਾ ਹੋ ਸਕਦਾ ਹਾਂ ਨਾ। ਮੈਂ ਆਪਣੀ ਈਗੋ ਨੂੰ ਛੱਡ ਕੇ, ਮਨ ਦੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦਾ ਧਾਰਨੀ ਹੋ ਜਾਵਾਂ, ਮੈਂ ਰੱਬੀ ਰਜ਼ਾ ਦੇ ਵਿੱਚ ਤੁਰਨਾ ਸ਼ੁਰੂ ਕਰ ਦਿਆਂ,
मैं गुणा वाला जीवन जीना शुरू कर दिया तो मैं भला हो सकता हाँ। तो भगत कबीर जी कहते ने ये मैं मेरी वाला जिहड़ा औगण ने ये सारियां तो बुरे ने, इन्हां नूं छड्ड के सारे ही चंगे ने जे इन्हां दा त्याग कर देन तां। जिन ऐसा कर बूझिया मीत हमारा सोए। ते कबीर जी कहते ने जिस भी मनुख ने इस तरह की सूझ प्राप्त कर ली है ना, मैनू वो अपना मित्र मालूम हुंदा है, वो मेरा मित्र है, मेरी मित्रता ਉਹਦੇ ਨਾਲ ही है, वो मेरा मित्र है जिन्हें ऐसी सूझ प्राप्त कर ली है, जिन्हें हंगता ममता का त्याग कर दिता है। तो ਅਸੀਂ पहली गल अपनी जिंदगी चों इन्हां चीजां नूं खत्म करना है। ते दूजी गल जिन्हां ने ऐसे अवगुणां नूं खत्म कर दिता है उन्हां दे नाल मित्रता पानी, उन्हां दे नाल मित्रता पानी। एक गल आप नाल होर साਂਝੀ करांगा। देखो ਇਹੋ ਜਿਹੇ ਮਿੱਤਰ ਲੱਭਣੇ ਬਹੁਤ ਜ਼ਰੂਰੀ ਨੇ ਜਿਨ੍ਹਾਂ ਵਿੱਚ ਦੋਸ਼ ਨਾ ਹੋਵੇ। ਇਹੋ ਜਿਹੇ ਮਿੱਤਰ ਸਾਨੂੰ ਮਿਲਣੇ ਚਾਹੀਦੇ ਨੇ। ਕੋਈ ਸਾਜਨ, ਕੋਈ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ। ਗੁਰੂ ਜੀ ਕਹਿੰਦੇ ਨੇ ਉਹੀ ਪਿਆਰੇ ਸੱਜਣ ਨੇ, ਉਹੀ ਪਿਆਰੇ ਮਿੱਤਰ ਨੇ ਜੋ ਮੈਨੂੰ ਰੱਬੀ ਗੁਣਾਂ ਦੇ ਨਾਲ ਜੋੜ ਦੇਣ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਕਰੋੜਾਂ ਪਾਪ ਉਤਰ ਜਾਣ, ਜਿਨ੍ਹਾਂ ਦੇ ਮਿਲਾਪ ਦੇ ਨਾਲ ਮੇਰੀ ਜ਼ਿੰਦਗੀ ਚੋਂ ਬੁਰਾਈਆਂ ਖਤਮ ਹੋ ਜਾਣ, ਜੋ ਮੈਨੂੰ ਰੱਬ ਦੇ ਨਾਲ ਜੋੜ ਕੇ ਰੱਬ ਵਰਗਾ ਬਣਾ ਦੇਣ। ਅਸਲੀ ਮਿੱਤਰ ਉਹ ਨੇ। ਤਾਂ ਇਹੋ ਜਿਹਾ ਮਿੱਤਰ ਤਾਂ ਸਾਰੇ ਚਾਹੁੰਦੇ ਨੇ ਨਾ, ਮੈਂ ਵੀ ਚਾਹਨਾ, ਤੁਸੀਂ ਵੀ ਚਾਹੁੰਦੇ। ਹੁਣ ਮੈਂ ਇਹੋ ਜਿਹਾ ਮਿੱਤਰ ਲੱਭ ਰਿਹਾ, ਦਿਲੋਂ ਚਾਹਨਾ ਮੈਨੂੰ ਕੋਈ ਇਹੋ ਜਿਹਾ ਮਿੱਤਰ ਮਿਲੇ, ਮੈਂ ਲੱਭ ਰਿਹਾ, ਪਰ ਮੈਨੂੰ ਇਹੋ ਜਿਹਾ ਮਿੱਤਰ ਮਿਲ ਨਹੀਂ ਰਿਹਾ। ਤਾਂ ਇਹਦੇ ਵਿੱਚ ਮੇਰੀ ਤਾਂ ਕੋਈ ਗਲਤੀ ਨਹੀਂ ਹੈ, ਕਿਉਂਕਿ ਮੈਂ ਤੇ ਲੱਭ ਰਿਹਾ ਪਰ ਮੈਨੂੰ ਮਿਲ ਨਹੀਂ ਰਿਹਾ। ਮੇਰੀ ਗਲਤੀ ਨਹੀਂ, ਕਿਉਂਕਿ ਮੈਂ ਐਸਾ ਮਿੱਤਰ ਲੱਭ ਰਿਹਾ। ਹੁਣ ਦੂਜੀ ਗੱਲ ਹੈ ਕਿ ਜੇ ਤੁਸੀਂ ਜਾਂ ਦੁਨੀਆ ਦੇ ਲੋਕ ਇਹੋ ਜਿਹਾ ਮਿੱਤਰ ਲੱਭ ਰਹੇ ਨੇ ਤੇ ਤੁਹਾਨੂੰ ਇਹੋ ਜਿਹਾ ਮਿੱਤਰ ਨਹੀਂ ਲੱਭ ਰਿਹਾ ਤਾਂ ਸਰੇਆਮ ਮੇਰੀ ਗਲਤੀ ਹੈ, ਕਿਉਂਕਿ ਮੈਂ ਇਹੋ ਜਿਹਾ ਨਹੀਂ ਤਾਂ ਤੁਹਾਨੂੰ ਇਹੋ ਜਿਹਾ ਮਿੱਤਰ ਨਹੀਂ ਨਾ ਲੱਭ ਰਿਹਾ। ਤਾਂ ਮੈਨੂੰ ਇਹੋ ਜਿਹਾ ਬਣਨਾ ਚਾਹੀਦਾ ਖੁਦ ਕਿ ਜੇ ਮੇਰੀ ਖੋਜ ਪੂਰੀ ਨਹੀਂ ਹੋਈ, ਮੈਨੂੰ ਇਹੋ ਜਿਹਾ ਮਿੱਤਰ ਨਹੀਂ ਮਿਲਿਆ, ਤਾਂ ਮੈਂ ਆਪ ਚੰਗਾ ਬਣਾ ਕਿ ਕਿਸੇ ਨੂੰ ਤੇ ਇਹੋ ਜਿਹਾ ਮਿੱਤਰ ਮਿਲ ਜਾਏ, ਕਿਸੇ ਦੀ ਖੋਜ ਤਾਂ ਪੂਰੀ ਹੋ ਜਾਏ। ਤਾਂ ਇਹ ਭਾਵਨਾ ਸਾਡੇ ਅੰਦਰ ਪੈਦਾ ਹੋਣੀ ਚਾਹੀਦੀ ਹੈ ਇਹ ਸ਼ਲੋਕ ਪੜ੍ਹ ਕੇ ਕਿ ਅਸੀਂ ਖੁਦ ਇਹੋ ਜਿਹੇ ਬਣੀਏ ਜਿਸ ਕਰਕੇ ਦੂਜਿਆਂ ਨੂੰ ਇਹੋ ਜਿਹੇ ਮਿੱਤਰ ਮਿਲ ਜਾਣ। ਤੇ ਜਿਨ੍ਹਾਂ ਦੇ ਮਿੱਤਰ ਐਸੇ ਹੋਣਗੇ ਉਹ ਫਿਰ ਦੂਜੇ ਮਿੱਤਰਾਂ ਨੂੰ ਵੀ ਬਦਲਣ ਦੀ ਤਾਕਤ ਔਰ क्षमता ਰੱਖਦੇ ਨੇ, ਜੋ ਆਈਡੀਅਲ ਪਰਸਨ ਨੇ, ਜੋ ਰੋਲ ਮਾਡਲ ਨੇ। ਇਸ ਲਈ ਅਸੀਂ ਖੁਦ ਰੋਲ ਮਾਡਲ ਬਣਨਾ ਹੈ, ਅਸੀਂ ਖੁਦ ਐਸੀ ਜ਼ਿੰਦਗੀ ਜੀਣੀ ਹੈ। ਤਾਂ ਕਬੀਰ ਜੀ ਕਹਿੰਦੇ ਨੇ ਮੇਰਾ ਮਿੱਤਰ ਉਹ ਹੈ ਜਿਨੇ ਇਹੋ ਜਿਹੇ ਆਪਣੀ ਸੋਚ ਬਣਾ ਲਈ ਹੈ, ਔਰ ਇਹੋ ਜਿਹੀ ਸੋਚ ਬਣਾਣੀ ਸਾਡੇ ਵਾਸਤੇ ਅਤਿਅੰਤ ਜ਼ਰੂਰੀ ਹੈ। ਗੁਰੂ ਸਾਹਿਬ ਜੀ ਰਹਿਮਤ ਔਰ ਬਖਸ਼ਿਸ਼ ਕਰਨ, ਸਾਨੂੰ ਇਹ ਚੀਜ਼ ਸਮਝ ਆ ਜਾਏ ਕਬੀਰ ਸਭ ਤੇ ਹਮ ਬੁਰੇ, ਕਿ ਇਹ ਹੰਗਤਾ ਮਮਤਾ ਹੰਕਾਰ ਵਾਲੇ ਜਿਹੜੇ ਵਿਕਾਰ ਨੇ ਇਹ ਸਾਰਿਆਂ ਤੋਂ ਮਾੜੇ ਨੇ ਜਿਨ੍ਹਾਂ ਦੇ ਅੰਦਰ ਇਹ ਚੀਜ਼ਾਂ ਨੇ। ਹਮ ਤਜ ਭਲੋ ਸਭ ਕੋਏ, ਜੇ ਇਹਨਾਂ ਵਿਕਾਰਾਂ ਨੂੰ ਛੱਡ ਦਿੱਤਾ ਜਾਏ ਤਾਂ ਫਿਰ ਸਭ ਕੋਈ ਹੀ ਭਲਾ ਹੈ, ਫਿਰ ਕਿਸੇ ਵਿੱਚ ਕੋਈ ਬੁਰਾਈ ਨਹੀਂ ਰਹਿ ਜਾਂਦੀ। जिन ऐसा कर बूझिया मीत हमारा सोए, जिन्हों ने ऐसा जान लिया है, जिन्हों ने ऐसी जिंदगी बना ली है, वो मेरा मित्र है, वो मेरे वास्ते सत्कारयोग है। तो दो काम असी करने ने, एक तो खुद ऐसे बनना है ते दूजे जेडे ऐसे लोग ने उन्हां दे नाल अपनी मित्रता पानी है। तो अज दी जो विचार है असी इत्थे समाप्त करते हैं।